ਧੰਨ ਵਾਖੇ ਗੁਰੂ ਸਾਹਿਬ ਜੀਓ। ਹਮ मैले तुम उजल करते, हम निर्गुण तू दाता। हम मूर्ख तुम चतुर सयाने, तू सर्व कला का ज्ञाता। माधो हम ऐसे तू ऐसा, हम पापी तुम पाप खंडन। नीको ठाकुर देसा, माधो हम ऐसे तू ऐसा, हम पापी तुम पाप खंडन। नीको ठाकुर देसा, दंडौत बंदन अनेक बार। सर्व कला समरथ, डोलन ते राखो प्रभु। नानक दे कर हथ, डोलन ते राखो प्रभु। नानक दे कर हथ। सतनाम धन वाखे गुरु साहिब जियो। पौड़ी बिन सतगुर किनै ना पायो, बिन सतगुर किनै ना पाया। सतगुर विच आप रखियो न, कर प्रगट आख सुनाया। सतगुर मिलिया सदा मुक्त है, जिन विचों मोह चुकाया। उत्तम एह विचार है, जिन सच्चे स्यों चित लाया। जग जीवन दाता पाया, उत्तम एह विचार है, जिन सच्चे स्यों चित लाया। जग जीवन दाता पाया। वाहिगुरु जी का खालसा, वाहिगुरु जी की फतेह। परम सम्मान योग ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ
ਪਾਵਨ ਪਵਿੱਤਰ ਹਜ਼ੂਰੀ ਅੰਦਰ ਪ੍ਰਭਾਤ ਵੇਲੇ ਦੇ ਇਸ ਗੁਰਮਤਿ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਉਚਾਰਨ ਕੀਤੀ ਹੋਈ ਆਸਾ ਕੀ ਵਾਰ ਇਸ ਵਾਰ ਦੀ 6ਵੀਂ ਪੌੜੀ ਨਾਲ ਜੋ ਸਤਿਗੁਰਾਂ ਨੇ ਅੰਮ੍ਰਿਤ 2 ਸ਼ਲੋਕ ਦਰਜ ਕੀਤੇ ਨੇ, ਇਸ ਦੀ ਵਿਚਾਰ ਆਪਾਂ ਹੁਣ ਤੱਕ ਕਰ ਚੁੱਕੇ ਹਾਂ। ਉਹ ਵਿਚਾਰ ਸੀ ਕਿ ਹਰ ਧਰਮ ਆਪੋ ਆਪਣੀ ਸ਼ਰ੍ਹਾ ਦੀ, ਆਪਣੀ ਧਾਰਮਿਕ ਨਿਯਮਾਂ ਦੀ ਮਰਿਆਦਾ ਦੀ, ਆਪਣੇ ਧਰਮ ਦੇ ਬਣਾਏ ਹੋਏ ਅਸੂਲਾਂ ਦੀ ਗੱਲ ਕਰਦਾ ਹੈ। ਪਰ ਇਹ ਸ਼ਬਦ ਕਹਿ ਦੇਣਾ ਕਿ ਮੇਰੇ ਧਰਮ ਦੇ ਅਸੂਲ ਹੀ ਆਖਰੀ ਸੱਚ ਨੇ, ਜਿਹੜਾ ਇਹਨਾਂ ਨੂੰ ਧਾਰਨ ਨਹੀਂ ਕਰਦਾ ਉਹ ਤਾਂ ਇਨਸਾਨ ਹੈ ਹੀ ਨਹੀਂ। ਸਤਿਗੁਰਾਂ ਨੇ ਬੜੇ ਸਪਸ਼ਟ ਸ਼ਬਦ ਕਹੇ। ਮੁਸਲਮਾਨ ਕਹਿ ਰਿਹਾ ਹੈ ਕਿ ਸ਼ਰ੍ਹਾ ਹੀ ਉੱਤਮ ਹੈ। ਜੋ ਇਸਲਾਮੀ ਸ਼ਰ੍ਹਾ ਦਾ ਪਾਬੰਦ ਹੈ, ਜਿਹੜਾ ਇਹਦੀ ਬੰਦੀ ਵਿੱਚ ਕੈਦ ਵਿੱਚ ਰਹਿੰਦਾ, ਉਹ ਹੀ ਅਸਲ ਵਿੱਚ ਇਨਸਾਨ ਹੈ। ਹਿੰਦੂ ਵੀਰ ਸੱਚ ਇਹ ਵੇ ਦਰਸ਼ਨ ਰੂਪ ਅਪਾਰ ਦੀ ਗੱਲ ਕਰਦਾ ਹੈ, ਪਰ ਉਹ ਵੀ ਆ ਕੇ ਮੂਰਤੀ ਪੂਜਾ, ਤੀਰਥ ਇਸ਼ਨਾਨ, ਪੂਜਾ ਅਰਚਨਾ, ਸੰਸਾਰਿਕ ਕਰਮ ਕਾਂਡਾਂ ਤੱਕ ਹੀ ਸੀਮਤ ਰਹਿ ਗਿਆ। ਜੋਗੀ ਅਫੁਰ ਸੁੰਨ ਸਮਾਧੀ ਦੀ ਗੱਲ ਕਰਦਾ ਹੈ, ਸੂਖਸ਼ਮਤਾਈ ਦੀ ਗੱਲ ਕਰਦਾ ਹੈ, ਅਲੱਖ ਕਹਿੰਦਾ ਕਰਤਾਰ ਨੂੰ, ਪਰ ਉਹ ਵੀ ਧਿਆਨ ਆਕਾਰ ਤੱਕ ਸੀਮਤ ਰੱਖਣ ਲੱਗ ਪਿਆ। ਦਾਨੀ ਪੁਰਸ਼ ਦਾਨ ਕਰਦੇ ਨੇ, ਪਰ ਇੱਕ ਵਪਾਰੀ ਬਿਰਤੀ ਦੇ ਨਾਲ, ਮੈਂ ਇੰਨਾ ਕੁਝ ਦਿੱਤਾ, ਆ ਕੁਝ ਮੈਨੂੰ ਮਿਲੇਗਾ, ਕਿਉਂਕਿ ਪੌੜੀ ਤੇ ਅੱਜ ਸੰਪੰਨਤਾ ਹੋਣੀ ਹੈ, ਤਾਂ ਮੈਂ ਥੋੜਾ ਜਿਹਾ ਆਪ ਜੀ ਦੀ ਨਜ਼ਰ ਸਾਡੇ ਜ਼ਿਹਨ ਵਿੱਚ ਚੱਲੇ, ਆਪਾਂ ਕੀ ਵਿਚਾਰਿਆ ਹੈ। ਉਸ ਤੋਂ ਬਾਅਦ ਸਤਿਗੁਰਾਂ ਨੇ ਕਿਹਾ, ਇਸ ਸੰਸਾਰ ਵਿੱਚ ਪਰਮਾਤਮਾ ਚੋਰੀ ਕਰਨ ਵਾਲੇ, ਵਿਭਚਾਰੀ ਕਰਨ ਵਾਲੇ, ਕੂੜਿਆਰ ਬੰਦੇ, ਖਰਾਬੀਆਂ ਪੈਦਾ ਕਰਨ ਵਾਲੇ, ਇਹ ਵੀ ਤੇਰੇ ਹੀ ਬਣਾਏ ਹੋਏ ਨੇ। ਪਤਾ ਨਹੀਂ ਕਿੰਨੇ ਕੁ ਬ੍ਰਹਿਮੰਡ ਖੰਡ ਨੇ, ਤੂੰ ਸਾਰੇ ਜੀਵਾਂ ਦੀ ਸਾਰ ਸੰਭਾਲ ਆਪ ਕਰਨੇ। ਪਰ ਅਖੀਰ ਤੇ ਸਤਿਗੁਰਾਂ ਨੇ ਜੋ ਤਤ ਸ਼ਬਦ ਕਿਹਾ, ਉਹ ਇਹ ਸੀ ਕਿ ਅਸਲ 'ਚ ਜਿਹੜੇ ਪਰਮਾਤਮਾ ਦੇ ਪ੍ਰੇਮੀ ਭਗਤ ਨੇ, ਪਰਮੇਸ਼ਵਰ ਦੀ ਭਗਤੀ ਕਰਨ ਵਾਲੇ ਨੇ, ਉਹ ਕਿਸੇ ਵੀ ਝਗੜੇ 'ਚ ਬਹਿਸ ਮੁਬੈਸੇ 'ਚ ਨਹੀਂ ਪੈਂਦੇ। ਤੂੰ ਚੰਗਾ ਕਿ ਮੈਂ ਚੰਗਾ, ਉਹ ਇੱਕੋ ਧੁਨ 'ਚ ਲੱਗੇ ਰਹਿੰਦੇ ਨੇ। ਮੈਂ ਵੱਧ ਤੋਂ ਵੱਧ ਪਰਮਾਤਮਾ ਦੀ ਬੰਦਗੀ ਕਰਾਂ, ਮੈਂ ਸਿਮਰਨ ਕਰਾਂ। ਉਹਨਾਂ ਦੇ ਅੰਦਰ ਭੁੱਖ ਹੈ ਪਰਮਾਤਮਾ ਦੇ ਸਿਮਰਨ ਦੀ। ਤੇ ਇਹ ਅਸੀਂ ਕੱਲ੍ਹ ਖਾਸ ਕਰਕੇ 2-3 ਕਥਾ ਤੇ ਵਿਚਾਰਿਆ ਸੀ ਕਿ ਸਾਹਿਬ ਨੇ ਫਰਮਾਇਆ, ਨਾਨਕ ਭਗਤਾਂ ਭੁੱਖ ਸਲਾਹਣ, ਸੱਚ ਨਾਮ ਆਧਾਰ, ਸਦਾ ਆਨੰਦ ਰਹੇ ਦਿਨ ਰਾਤੀ, ਗੁਣਵੰਤਿਆਂ ਪਾਸ਼ਾਰ। ਉਹ ਗੁਣ ਵਾਲਿਆਂ ਦੇ ਚਰਨਾਂ ਦੀ ਧੂੜ ਬੰਨ੍ਹਦੇ ਨੇ। ਉਸ ਤੋਂ ਬਾਅਦ ਕੱਲ ਦੇ ਦੀਵਾਨ ਸੀ ਰਾਤ ਦੇ 'ਚ ਕਿ ਇਹ ਸ਼ਬਦ ਕਹਿ ਦੇਣਾ, ਤੇ ਮੈਂ ਅਰਜ਼ ਕੀਤੀ ਉਸ ਵਕਤ ਕਿਹਾ ਜਦੋਂ ਇਸਲਾਮੀ ਰਾਜ ਦਾ ਇੱਥੇ ਬੋਲਬਾਲਾ ਸੀ ਕਿ ਜਿਹੜੇ ਬੰਦੇ ਮਰਨ ਤੋਂ ਬਾਅਦ ਕਬਰਾਂ 'ਚ ਦਫਨਾਏ ਜਾਣਗੇ, ਕਿਆਮਤ ਵਾਲੇ ਦਿਨ ਉਹ ਹੀ ਪ੍ਰਵਾਨ ਹੋਣਗੇ। ਪਰ ਜਿਨ੍ਹਾਂ ਬੰਦਿਆਂ ਨੂੰ ਮਰਨ ਤੋਂ ਬਾਅਦ ਅੱਗ ਵਿੱਚ ਫੂਕਿਆ ਜਾਂਦਾ ਹੈ, ਉਹ ਦੋਜ਼ਖ ਦੀ ਅੱਗ ਵੀ ਸੜਨਗੇ। ਮਹਾਰਾਜ ਜੀ ਨੇ ਇੱਕ ਲੌਜਿਕ, ਇੱਕ ਦਲੀਲ, ਇੱਕ ਤਰਕ ਦਿੱਤਾ। ਉਹ ਤਰਕ ਨੂੰ ਨੈਗੇਟਿਵ ਨਹੀਂ ਲਿਜਾਣਾ। ਕਹਿਣ ਲੱਗੇ, ਜਿਸ ਜ਼ਮੀਨ ਵਿੱਚ ਮੁਰਦੇ ਦਫਨਾਏ ਜਾਂਦੇ ਨੇ,
ਕੁਝ ਸਮੇਂ ਤੋਂ ਬਾਅਦ, ਕੁਝ ਸਾਲਾਂ ਤੋਂ ਬਾਅਦ ਉਸ ਮਿੱਟੀ ਵਿੱਚ ਬੰਦੇ ਦੀ ਚਮੜੀ ਮਿੱਝ ਫੈਲਣ ਕਰਕੇ ਉਹ ਮਿੱਟੀ ਚਿਕਨੀ ਹੋ ਜਾਂਦੀ ਹੈ। ਤੇ ਅਕਸਰ ਜਿਹੜੇ ਕੁੰਭਾਰ ਵੀਰ ਨੇ, ਮਿੱਟੀ ਦਾ ਇੱਟਾਂ ਭਾਂਡੇ ਬਣਾਉਣ ਵਾਲੇ, ਉਹ ਫਿਰ ਉਸ ਚਿਕਨੀ ਮਿੱਟੀ ਦੀ ਭਾਲ ਵਿੱਚ ਰਹਿੰਦੇ ਨੇ। ਪੁਰਾਣੀਆਂ ਕਬਰਾਂ ਵਾਲੀ ਥਾਂ ਤੋਂ ਉਹ ਮਿੱਟੀ ਪੱਟੀ, ਉਹਦੇ ਇੱਟਾਂ ਭਾਂਡੇ ਬਣਾਏ, ਆਵੀ ਵਿੱਚ ਉਹਨੂੰ ਬੀੜ ਕੇ ਅੱਗ ਲਾ ਦਿੱਤੀ ਗਈ। ਮਿੱਟੀ ਵਿੱਚੋਂ ਛੂੰ ਛੂੰ ਦੀ ਆਵਾਜ਼ ਆਈ। ਸਤਿਗੁਰੂ ਕਹਿੰਦੇ ਨੇ ਉਹ ਮਿੱਟੀ ਸੜ ਰਹੀ ਹੈ, ਪੁਕਾਰ ਕਰ ਰਹੀ ਹੈ। ਦੇਖੋ ਤੇ ਫਿਰ ਸ਼ਬਦ ਵਰਤਿਆ ਕਿ ਕਿਸੇ ਦੇ ਮਰਨ ਤੋਂ ਬਾਅਦ ਉਹਨੂੰ ਮਿੱਟੀ ਦਫਨਾਉਣਾ, ਉਹਨੂੰ ਅੱਗ ਵਿੱਚ ਫੂਕਣਾ, ਉਹਨੂੰ ਪਾਣੀ ਵਿੱਚ ਪ੍ਰਵਾਹਿਤ ਕਰ ਦੇਣਾ, ਉਸ ਦੀ ਬੋਡੀ ਨੂੰ ਕੁੱਤੇ ਕਾਂ ਇੱਲਾਂ ਖਾ ਜਾਣ ਤੇ ਇਹ ਕਹਿਣਾ ਵੀ ਇਸ ਦੀ ਗਤੀ ਨਹੀਂ ਹੋਈ, ਇਹਦੀ ਗਤੀ ਹੋ ਗਈ, ਇਹ ਪ੍ਰਵਾਨ ਹੋ ਗਿਆ। ਨਹੀਂ ਪ੍ਰਵਾਨ ਹੋਇਆ। ਮਹਾਰਾਜ ਨੇ ਅਖੀਰ ਤੇ ਤਤ ਕਹਿ ਦਿੱਤਾ, ਕਹਿਣ ਲੱਗੇ ਨਾਨਕ ਜਿਨ ਕਰਤਾ ਕਾਰਨ ਕੀਆ ਸੋ ਜਾਣੈ ਕਰਤਾਰ। ਇਹ ਤਾਂ ਸਾਈਂ ਜਾਣਦਾ ਹੈ ਜਿਨਨੇ ਸਭ ਕੁਝ ਸ੍ਰਿਸ਼ਟੀ ਸਰਜੀ। ਅਸੀਂ 2 ਸ਼ਲੋਕ ਵਿਚਾਰੇ 3 ਦੀਵਾਨਾਂ 'ਚ। ਅੱਜ ਹਜ਼ੂਰ ਨੇ ਫਿਰ ਅੱਗੇ ਪੌੜੀ ਹੈ ਤਤ ਭਾਵ। ਜਿਸ ਦਿਨ ਆਸਾ ਕੀ ਵਾਰ ਦੀ ਕਥਾ ਸ਼ੁਰੂ ਕੀਤੀ ਸੀ, ਉਸ ਦਿਨ ਮੈਂ ਇੱਕ ਅਰਜ਼ ਕੀਤੀ ਸੀ ਕਿ ਅਸਲ 'ਚ ਜਿਹੜੀਆਂ ਵਾਰਾਂ ਨੇ ਨਾ, ਜਿਹੜੇ ਕਾਵਿਕ ਰਮਜ਼ਾਂ ਨੂੰ ਸਮਝਦੇ ਨੇ, ਜਿਹੜੀ ਵਾਰ ਦੀ ਬਣਤਰ ਹੈ ਇਹ ਪੌੜੀਆਂ ਹੀ ਹੁੰਦੀ ਹੈ। ਤੁਸੀਂ ਕਦੀ ਦੇਖੋ ਜਦੋਂ ਕਿਸੇ ਢਾਡੀ ਵਾਰ ਗਾਉਣਗੇ ਉਹ ਪੌੜੀਆਂ ਦੇ ਰੂਪ 'ਚ ਹੁੰਦੀ। ਭਾਈ ਗੁਰਦਾਸ ਸਾਹਿਬ ਦੀਆਂ ਵਾਰਾਂ ਨੇ, ਅਸੀਂ ਕਹਿੰਦੇ ਆ ਨਾ ਜੀ, ਪਰ ਉਹ ਸਾਰੀਆਂ ਪੌੜੀਆਂ ਨੇ, ਨਾਲ ਸ਼ਲੋਕ ਨੇ, ਕਿਉਂਕਿ ਵਾਰ ਦੀ ਬਣਤਰ ਹੈ ਹੀ ਪੌੜੀਆਂ। ਗੁਰੂ ਸਾਹਿਬ ਨੇ ਇੱਕ ਕਿਰਪਾ ਕੀਤੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ 22 ਵਾਰਾਂ ਦਾਤਾਰ ਨੇ ਦਰਜ ਕੀਤੀਆਂ ਨੇ। ਗੁਰੂ ਨਾਨਕ ਸਾਹਿਬ ਦੀ ਜੋਤ ਗੁਰੂ ਅਰਜਨ ਦੇਵ ਜੀ ਨੇ, ਉਸ ਵਿੱਚੋਂ 20 ਵਾਰਾਂ ਨੇ ਜਿਨ੍ਹਾਂ ਦੀਆਂ ਪੌੜੀਆਂ ਨਾਲ ਸ਼ਲੋਕ ਸੰਯੁਕਤ ਜੋੜੇ ਗਏ। 2 ਵਾਰਾਂ ਨੇ ਜਿਨ੍ਹਾਂ ਦੀਆਂ ਸਿਰਫ ਪੌੜੀਆਂ ਨੇ। ਇੱਕ ਬਸੰਤ ਕੀ ਵਾਰ ਮਹੱਲ 5ਵਾਂ, ਉਹ 3 ਪੌੜੀਆਂ। ਦੂਸਰੀ ਰਾਮ ਕਲੀ ਕੀ ਵਾਰ ਰਾਏ ਬਲਵੰਡ ਤਥਾ ਸੱਤੈ ਡੂਮ ਆਖੀ, ਉਹ 8 ਪੌੜੀਆਂ। ਮੈਂ ਤਾਰਜ਼ ਕੀਤੀ ਵਾਰਾਂ ਅਸਲ 'ਚ ਹੁੰਦੀਆਂ ਪੌੜੀਆਂ ਨੇ, ਪਰ ਮਹਾਰਾਜ ਜੀ ਨੇ ਕਿਰਪਾ ਕੀਤੀ ਜਿਹੜੀ ਵਾਰ ਹੈ ਇਹ ਪੌੜੀ ਰੂਪ ਉਚਾਰਨ ਕਰੀ ਗਏ। ਇਹਨੂੰ ਫਿਰ ਸੁਣਿਓ ਕਿ ਇਹ ਜਿਹੜੇ ਸ਼ਲੋਕ ਅਸੀਂ ਨਾਲ ਪੜ੍ਹ ਰਹੇ ਹਾਂ, ਵਿਚਾਰ ਰਹੇ ਹਾਂ, ਕਿ ਇਹਨਾਂ ਪੌੜੀਆਂ ਦੇ ਨਾਲ ਉਚਾਰਨ ਕੀਤੇ ਗਏ? ਫਿਰ ਧਿਆਨ ਨਾਲ ਸੁਣੋ। ਨਹੀਂ, ਮੈਂ ਵਾਹਿਗੁਰੂ ਜੀ ਦਾਵਾ ਨਹੀਂ ਕਰਾਂਗਾ। ਸਤਿਗੁਰੂ ਸਿਰਫ ਪੌੜੀਆਂ ਰੂਪ ਵਿੱਚ ਵਾਰ ਉਚਾਰਨ ਕੀਤੀ, ਸ਼ਲੋਕ ਵੀ ਉਚਾਰਨ ਕੀਤੇ। ਹਾਲਾਂਕਿ ਇਹਦਾ ਸਰਲੇਖ ਹੈ ਕਿ ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਇਹਦਾ ਮਤਲਬ ਇਸ ਵਾਰ ਨਾਲ, ਪੌੜੀਆਂ ਨਾਲ ਜਿਹੜੇ ਸ਼ਲੋਕ ਨੇ ਉਹ ਮਹੱਲੇ ਪਹਿਲੇ ਦੇ ਉਚਾਰਨ ਕੀਤੇ ਹੋਏ ਵੀ ਲਿਖੇ ਗਏ। ਪਰ ਮੈਂ ਕਹਿੰਦਾ ਇਹਦਾ ਮਤਲਬ ਇਹ ਸ਼ਲੋਕਾਂ ਦਾ ਉਦੋਂ ਕੀਰਤਨ ਨਾਲ ਹੋਵੇਗਾ, ਤਾਂ ਗੁਰੂ ਸਾਹਿਬ ਨੇ ਇਹ ਡਿਟੇਲ, ਇਹ ਹੈਡਿੰਗ ਦੇ ਦਿੱਤਾ। ਪਰ ਜਿਹੜੀਆਂ ਪੌੜੀਆਂ ਨੇ, ਆਸਾ ਕੀ ਵਾਰ ਦੀਆਂ 24 ਪੌੜੀਆਂ ਨੇ। ਮੈਂ ਇੱਥੇ ਥੋੜ੍ਹਾ ਜਿਹਾ ਦੌਰਾਨ ਲੱਗਾ ਕਿਉਂਕਿ ਸ਼ੁਰੂਆਤ 'ਚ ਮੈਂ ਅਰਜ਼ ਕਰ ਚੁੱਕਾ। ਹੋ ਸਕਦਾ ਹੈ ਆਪ ਤੱਕ ਉਹ ਐਪੀਸੋਡ ਪਹੁੰਚਦਿਆਂ ਕਿੰਨੀ ਦੇਰ ਲੱਗੇ। ਇਹ ਜਿਹੜੀਆਂ 24 ਪੌੜੀਆਂ ਨੇ, ਇਸ ਵਾਰ ਦਾ ਸਰਲੇਖ ਹੈ ਕਿ ਵਾਰ ਸ਼ਲੋਕਾਂ ਨਾਲ, ਸ਼ਲੋਕ ਵੀ ਮਹੱਲੇ ਪਹਿਲੇ ਕੇ ਲਿਖੇ। ਟੁੰਡੇ ਅਸਰਾਜੈ ਕੀ ਧੁਨੀ, ਇਹ ਟੁੰਡਾ ਅਸਰਾਜ ਮੈਂ ਡਿਟੇਲ ਨਾਲ ਅਰਜ਼ ਕਰ ਚੁੱਕਾ। ਜਿਹੜੀ ਟੁੰਡੇ ਅਸਰਾਜ ਕੀ ਵਾਰ ਹੈ, ਉਸ ਦੀਆਂ ਜਿੰਨੀਆਂ ਪੌੜੀਆਂ ਨੇ, ਉਸ ਦੀਆਂ 5-5 ਤੁਕਾਂ ਨੇ। ਧਿਆਨ ਰੱਖਿਓ। ਉਹ ਵਾਰ ਸ਼ੁਰੂ ਹੁੰਦੀ ਹੈ, ਭਬਕਿਆ ਸ਼ੇਰ ਸਰਦੂਲ ਰਣ ਮਾਰੂ ਵੱਜੇ, ਖਾਨ ਸੁਲਤਾਨ ਵੜ ਸੂਰਮੇ ਵਿੱਚ ਰਣ ਦੇ ਗੱਜੇ, ਖਤ ਲਿਖੇ ਟੁੰਡੇ ਅਸਰਾਜ ਨੂੰ ਪਾਤਸ਼ਾਹੀ ਅੱਜੈ। ਉਹ ਸਾਰੀ ਜਿਹੜੀ ਵਾਰ ਦੀ ਪੌੜੀ ਹੈ ਨਾ ਜੀ, ਉਹਦੀਆਂ 5-5 ਤੁਕਾਂ ਨੇ। ਤੁਸੀਂ ਆਸਾ ਕੀ ਵਾਰ ਦੀਆਂ ਪੌੜੀਆਂ ਨੂੰ ਧਿਆਨ ਨਾਲ ਪੜ੍ਹੋ। ਵੇਖੋ ਇਹ ਗੱਲਾਂ ਸਾਨੂੰ ਸਮਝਣੀਆਂ ਚਾਹੀਦੀਆਂ। ਇਸ ਕਰਕੇ ਨਹੀਂ, ਮੈਂ ਖੌਮੇ 'ਚ ਨਹੀਂ ਕਹਿ ਰਿਹਾ, ਸੱਚੀ ਗੱਲ ਜੇ ਸਾਡੀ ਸਰੋਤ ਵੀ ਅੱਜ ਇੰਨੀ ਗਹਿਰੀ ਨਹੀਂ ਰਹੀ। ਅਸੀਂ ਆਉਂਦੇ ਹਾਂ, ਸਾਖੀ ਸ਼ੁਰੂ ਕੀਤੀ, ਮੈਂ ਇਹਦੇ ਬਿਲਕੁਲ ਮੈਂ ਖੁਦ ਇਤਿਹਾਸ ਸੁਣਾਨਾ ਸਾਖੀ ਨੂੰ ਬਾਣੀ ਦੇ ਰੋਸ਼ਨੀ ਥੱਲੇ। ਪਰ ਜਿਹੜਾ ਗੁਰੂ ਗ੍ਰੰਥ ਸਾਹਿਬ 'ਚ ਗੂੜ ਗਿਆਨ ਪਿਆ ਕਿ ਇਨਸਾਨ ਇਹਨੂੰ ਸੁਣ ਤੇ ਵਿਚਾਰਨ ਤੋਂ ਬਿਨਾਂ ਹੀ ਦੁਨੀਆ ਤੋਂ ਚਲਾ ਜਾਏਗਾ। ਕੀ ਮਤਲਬ ਨੇ ਇਹਨਾਂ ਪਵਿੱਤਰ ਬਾਣੀਆਂ ਦੇ?
ਗੁਰੂ ਗ੍ਰੰਥ ਸਾਹਿਬ ਗਹਿਰੇ ਨੇ। ਸੱਚੀ ਗੱਲ ਹੈ, ਅਸੀਂ ਤੁਹਾਨੂੰ ਉਲਝਾਈ ਬੈਠੇ ਹਾਂ ਬੋਲਣ ਵਾਲੇ। ਅੱਧਿਓਂ ਜ਼ਿਆਦਾ ਕਥਾ ਤਾਂ ਸਾਡੀ ਰਾਜਨੀਤੀ ਤੋਂ ਪ੍ਰੇਰਿਤ ਹੈ। ਅਸਲੀਅਤ ਇਹ ਸੱਚ ਜੇ ਇਹ ਮੰਨੇ ਨਾ ਕੋਈ ਮੰਨੇ। ਮੈਂ ਇੱਕ ਦਿਨ ਬਾਹਰ ਵੀ ਕਿਹਾ, ਅਸੀਂ ਕਹਿੰਦੇ ਹਾਂ ਧਰਮ ਉੱਤੇ ਸਿਆਸਤ ਹਾਵੀ ਹੋ ਗਈ। ਸਾਰੇ ਕਹਿੰਦੇ ਹਨ ਨਹੀਂ, ਧਰਮ ਉੱਤੇ ਕਦੀ ਸਿਆਸਤ ਨਹੀਂ ਹਾਵੀ ਹੁੰਦੀ। ਧਰਮ ਦੇ ਬੁਰਕੇ ਉੱਤੇ ਸਿਆਸਤ ਹਾਵੀ ਹੋ ਸਕਦੀ। ਫਿਰ ਸ਼ਬਦ ਸੁਣਿਓ, ਜਿੱਥੇ ਸੱਚਾ ਧਰਮ ਹੈ ਉੱਤੇ ਸਿਆਸਤ ਹਾਵੀ ਹੋ ਜੂਗੀ। ਮੈਂ ਬੇਨਤੀ ਕਰਾਂ, ਚਾਂਦਨੀ ਚੌਂਕ ਵਿੱਚ ਕੀ ਸਿਆਸਤ ਹਾਵੀ ਹੋ ਗਈ ਧਰਮ ਦੇ ਉੱਤੇ? ਕੀ ਸਰਹੰਦ ਦੀਆਂ ਦੀਵਾਰਾਂ ਵਿੱਚ ਸਿਆਸਤ ਹਾਵੀ ਹੋ ਗਈ? ਕਿ ਲਾਹੌਰ ਦੇ ਜਿਹੜੇ ਚੁਰਸਤੇ ਨੇ, ਜਿੱਥੇ ਬੀਬੀਆਂ ਦਾ, ਭਾਈ ਤਾਰੂ ਸਿੰਘ ਦਾ, ਭਾਈ ਮਨੀ ਸਿੰਘ ਆਦਿਕ ਇਹਨਾਂ ਨੂੰ ਤਸੀਹੇ ਦੇ ਤੇ ਕਿ ਸ਼ਹੀਦ ਕੀਤਾ, ਉੱਥੇ ਧਰਮ ਤੇ ਸਿਆਸਤ ਆਈ ਹੋਈ? ਧਰਮ ਉੱਤੇ ਕਦੀ ਵੀ ਸਿਆਸਤ ਨਹੀਂ ਹੁੰਦੀ। ਚੇਤੇ ਰੱਖਿਓ, ਧਰਮ ਅਸਥਾਨਾਂ ਦੇ ਸਿਸਟਮ ਉੱਤੇ ਸਿਆਸਤ ਹਾਵੀ ਹੋ ਜਾਂਦੀ ਹੈ। ਧਰਮ ਤਾਂ ਇੱਕ ਯੂਨੀਵਰਸਲ ਸੱਚ ਹੈ। ਉਸ ਸੱਚ ਦੇ ਉੱਤੇ ਕਿਵੇਂ ਹਾਵੀ ਹੋ ਜੂਗੀ ਕੋਈ ਚੀਜ਼? ਫਿਰ ਮੇਰੀ ਗੱਲ ਸੁਣੋ, ਮੈਂ ਗੱਲ ਡੂੰਘੀ ਕਰ ਲੱਗਾ ਕਿ ਧਰਮ ਇੱਕ ਉਹ ਸੱਚਾਈ ਹੈ। ਹਰ ਚੀਜ਼ ਖਤਮ ਹੋ ਜਾਏਗੀ ਪਰ ਧਰਮ ਨਹੀਂ ਖਤਮ ਹੋਵੇਗਾ। ਕਿ ਕਿਸੇ ਬੰਦੇ ਦੀ ਹਸਤੀ ਹੈ, ਧਰਮ ਉੱਤੇ ਉਹ ਕਾਬੂ ਪਾ ਲੈ, ਪਰ ਹਾਂ ਸਾਡੇ ਤੇ ਤਾਂ ਹਾਵੀ ਹੁੰਦੀ ਹੈ। ਸਾਡੇ ਕੋਲ ਲਿਬਾਸ ਧਰਮ ਦਾ ਹੈ, ਸ਼ਬਦਾਵਲੀ ਧਰਮ ਦੀ ਹੈ, ਪਰ ਅੰਦਰ ਧਰਮ ਹੈ ਨਹੀਂ। ਜਦੋਂ ਅੰਦਰ ਧਰਮ ਹੋਵੇ ਸਵਾਲ ਹੀ ਨਹੀਂ ਪੈਦਾ ਹੁੰਦਾ ਕਿ ਧਰਮੀ ਦੀ ਅੱਖ 'ਚ ਅੱਖ ਪਾ ਕੇ ਸਿਆਸੀ ਬੰਦਾ ਕੋਈ ਗੱਲ ਵੀ ਕਰ ਸਕੇ। ਬੇਨਤੀ ਹੈ ਮੇਰੀ, ਪਰ ਮੈਂ ਫਿਰ ਅਰਜ਼ ਕਰਾਂਗਾ, ਸਤਿਗੁਰਾਂ ਨੇ ਇੱਕ ਕਿਰਪਾ ਕੀਤੀ। ਹੁਣ ਕੀ, ਹੁਣ ਕਥਾ ਵੀ ਸਿਆਸਤ ਹੋ ਗਈ ਜੀ। ਮੰਨ ਲਓ ਸ਼ਬਦ ਅੱਜ ਮੈਂ ਬਿਨ ਸਤਿਗੁਰੂ ਕਿਨੈ ਨਾ ਪਾਇਓ ਪੌੜੀ ਕਰਨੀ, ਮੈਂ ਤੁਹਾਡਾ ਧਿਆਨ ਇੱਕੋ ਦਮ ਡਿਵਰਟ ਕਰ ਦਿਆਂਗਾ। ਮੇਰੀ ਬੇਨਤੀ ਹੈ, ਸੁਚੇਤ ਹੋਵੋ ਗੁਰਸਿੱਖੋ। ਮੈਂ ਤੁਹਾਨੂੰ ਕਿਸੇ ਮੁੱਦੇ ਵੱਲ ਲੈ ਜਾਵਾਂਗਾ। ਕਰੰਟ ਮੁੱਦਾ ਮੰਨ ਲਓ ਪੇਪਰਾਂ ਜਿਹੜਾ ਚੱਲਦਾ, ਮੈਂ ਕਹਿੰਦਾ ਕਰੋ ਗੱਲ, ਚੰਗਾ ਹੋਵੇ ਕਿਤੇ ਵੱਖਰਾ ਥਾਂ ਬਣਾ ਕੇ ਰੱਜ ਕੇ ਇੱਕ ਦੂਜੇ ਨੂੰ ਕਹਿ ਲਵੋ। ਹੁਣ ਮੈਂ ਤੁਹਾਡਾ ਧਿਆਨ ਇੱਕੋ ਦਮ ਡਿਵਰਟ ਕਰ ਦਿਆਂ, ਤੁਹਾਡਾ ਧੰਨਵਾਦ, ਧਿਆਨ ਦੂਜੇ ਪਾਸੇ ਲੈ ਜਾ। ਸੱਚੀ ਗੱਲ ਏ, ਤੁਸੀਂ ਬੋਧਕ ਤਲ ਤੇ ਅੰਦਰ ਦਵੈਸ਼ ਵਿੱਚ ਹੀ ਸਭ ਕੁਝ ਸੁਣੀ ਜਾਓਗੇ। ਉੱਥੇ ਫਿਰ ਕਥਾ ਸ਼ਬਦ ਉੱਤੇ ਬੰਦਾ ਆਪਣੀ ਮੈਲ ਨੂੰ ਹਾਵੀ ਕਰਦਾ ਹੈ। ਨਹੀਂ, ਜੋ ਸਤਿਗੁਰਾਂ ਨੇ ਕਿਹਾ ਹੈ, ਮੇਰੀ ਬੇਨਤੀ ਹੈ, ਨਿਰੋਲ ਉਸ ਗਿਆਨ ਨੂੰ ਸੰਗਤ ਤੱਕ ਪਹੁੰਚਾਈਏ। ਆਪਣੀ ਸ਼ਬਦਾਵਲੀ, ਮੈਨੂੰ ਕਿਸੇ ਨੇ ਸੱਟ ਮਾਰ ਦਿੱਤੀ, ਮੈਂ ਆਪਣੀ ਸੱਟ ਨੂੰ ਸ਼ਬਦ ਦੇ ਤਰੀਕੇ ਉੱਤੇ ਕਿਸੇ ਹੋਰ ਤਰੀਕੇ ਲੋਕਾਂ ਤੱਕ ਨਾ ਪਹੁੰਚਾਵਾਂ। ਪਲੀਜ਼ ਮੇਰੀ ਬੇਨਤੀ ਦੇਖੋ, ਇਹ 24 ਪੌੜੀਆਂ ਨੇ। ਸਤਿਗੁਰਾਂ ਨੇ ਇਹਦੇ ਸਰਲੇਖ 'ਚ ਕਿਹਾ, ਇਹ ਪੌੜੀਆਂ ਦੀ ਜਿਹੜੀ ਧੁਨ ਹੈ ਗਾਉਣ ਦੀ, ਇਹ ਟੁੰਡੇ ਅਸਰਾਜ ਦੀ ਵਾਰ ਦੀ ਧੁਨ ਤੇ ਗਾਇਓ। ਆਸਾ ਕੀ ਵਾਰ ਦੀਆਂ ਪੌੜੀਆਂ ਜਿੰਨੀਆਂ ਨੇ, ਤਕਰੀਬਨ ਇੱਕ ਪੌੜੀ ਛੱਡ ਕੇ 22ਵੀਂ ਪੌੜੀ ਵਿੱਚ 6 ਤੁਕਾਂ ਨੇ। ਬਾਕੀ ਸਾਰੀਆਂ ਪੌੜੀਆਂ ਜਿਹੜੀਆਂ ਨੇ ਉਹਨਾਂ 'ਚ 5-5 ਤੁਕਾਂ ਹੀ ਨੇ, ਕਿਉਂਕਿ ਟੁੰਡੇ ਅਸਰਾਜ ਦੀ ਜਿਹੜੀ ਵਾਰ ਹੈ ਉਹਦੀਆਂ ਪੌੜੀਆਂ ਦੀ ਬੰਤਰ ਇੱਕ ਪੌੜੀ ਵਿੱਚ 5 ਤੁਕਾਂ ਨੇ। ਭਾਵਾਂ ਕਿ ਆਸਾ ਕੀ ਵਾਰ ਦੀਆਂ 4 ਤੁਕਾਂ ਲੰਬੇਰੀਆਂ ਨੇ ਤੇ ਇੱਕ ਤੁਕ ਜਿਹੜੀ ਅਖੀਰ ਵਾਲੀ ਏ ਉਹਦਾ ਆਕਾਰ ਉਹਨਾਂ ਲੰਬੇਰਾ ਨੇ, ਪਰ ਮੁਕੰਮਲ ਏ। ਸਤਿਗੁਰਾਂ ਨੇ ਇਹ ਬਖਸ਼ਿਸ਼ ਕੀਤੀ। ਹੁਣ ਜਿਹੜੀ ਇਹ 6ਵੀਂ ਪੌੜੀ ਅਸੀਂ ਪੜ੍ਹੀ, ਹੁਣ ਤੀਕਰ ਅਸੀਂ ਕਰਮ ਕਾਂਡਾਂ ਦਾ, ਵੱਖੇ ਵੱਖੇ ਅਕੀਦਿਆਂ ਦਾ, ਆਪਣੀ ਈਗੋ ਦੀ ਜਿਹੜੀ ਗੱਲ ਕਰਦੇ ਨੇ ਉਹਦਾ ਜ਼ਿਕਰ ਕੀਤਾ। ਹੁਣ ਸਤਿਗੁਰੂ ਨੂੰ ਪੁੱਛੀਏ, ਮਹਾਰਾਜ ਤੁਸੀਂ ਇਹ ਤਾਂ ਕਹਿ ਦਿੱਤਾ ਕਿ ਭਗਤ ਬੰਦਗੀ ਵਿੱਚ ਜੁੜਿਆ ਰਹਿੰਦਾ, ਇਹ ਵੀ ਕਹਿ ਦਿੱਤਾ ਜਿਨ ਕਰਤਾ ਕਾਰਨ ਕੀਆ ਸੋ ਜਾਣੇ ਕਰਤਾਰ, ਪਰ ਇਹ ਜਿੰਨੇ ਸਿੱਖ ਨੇ ਜਿਹੜੇ ਜਗਿਆਸੂ ਨੇ, ਇਹ ਪੁੱਛਦੇ ਨੇ ਅਸੀਂ ਮੁਕਤ ਕਿਵੇਂ ਹੋ ਸਕਨੇ ਹਾਂ। ਸੁਣਿਓ ਧਿਆਨ ਨਾਲ, ਅਸੀਂ ਬੰਧਨਾਂ ਤੋਂ ਕਿਵੇਂ ਮੁਕਤ ਹੋ ਸਕਨੇ, ਅਸੀਂ ਜਗਜੀਵਨ ਦਾਤੇ ਨੂੰ ਕਿਵੇਂ ਪਾ ਸਕਨੇ ਹਾਂ, ਉੱਤਮ ਵਿਚਾਰ ਕਿਹੜਾ ਹੈ। ਫਿਰ ਇੱਥੇ ਸਤਿਗੁਰੂ ਪੌੜੀ ਵਿੱਚ ਤਤ ਭਾਵ ਦਿੰਦੇ ਨੇ। ਮੈਂ ਕਹਿੰਦਾ ਆਮ ਸ਼ਬਦਾਂ ਜਿਵੇਂ ਰਹਾਉ ਦੀ ਤੁਕ ਹੁੰਦੀ ਏ, ਤੇ ਵਾਰਾਂ ਵਿੱਚ ਪੌੜੀਆਂ ਜਿਹੜੀਆਂ ਨੇ ਇਹ ਰਹਾਉ ਦੀ ਤੁਕ ਹੀ ਸਮਝੋ, ਇਹ ਤਤ ਭਾਵ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਭਾਈ ਬਹਿਸ ਮੁਵੈਸੇ ਨਾਲ ਨਹੀਂ, ਇੱਕ ਦੂਜੇ ਦੇ ਧਰਮ ਦੇ ਅਕੀਦਿਆਂ ਨੂੰ ਖੰਡਨ ਮੰਡਨ ਨਾਲ ਨਹੀਂ। ਅੱਜ ਤੱਕ ਜਿਸ ਦਿਨ ਦੀ ਸ੍ਰਿਸ਼ਟੀ ਰਚੀ ਹੈ, ਮਹਾਰਾਜ ਆਪਣਾ ਹੁਣ ਗੁਰਮਤ ਦਾ ਤੱਤ ਦੇ ਰਹੇ ਨੇ। ਕਹਿੰਦੇ ਅੱਜ ਤੱਕ ਕਿਸੇ ਨੇ ਸਤਿਗੁਰੂ ਤੋਂ ਬਿਨਾਂ ਜਗਜੀਵਨ ਦਾਤੇ ਨੂੰ ਨਹੀਂ ਪਾਇਆ। ਧਿਆਨ ਨਾਲ ਸੁਣੋ, ਕਿਉਂਕਿ ਇੱਕ ਤੁਕ ਮੈਂ ਵਾਚਾਂਗਾ। ਹਾਲਾਂਕਿ ਇਸ ਪੌੜੀ ਤੇ ਇਕੱਲੇ ਬੋਲਣਾ ਹੁੰਦਾ ਤੇ ਜਿੰਨੀਆਂ ਤੁਕਾਂ ਨੇ ਇੰਨੀਆਂ ਕਥਾ ਚਾਹੀਦੀਆਂ ਸਨ, ਪਰ ਮੈਂ ਸੰਖੇਪ ਜੀ ਬੇਨਤੀ ਕਰਨੀ ਹੈ। ਮਹਾਰਾਜ ਜੀ ਨੇ ਕਿਹਾ, ਪੌੜੀ ਬਿਨ ਸਤਿਗੁਰ ਕਿਨੈ ਨਾ ਪਾਇਓ।
ਭਾਵਾਂ ਕਿ ਕੁਝ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਪੁਰਾਤਨ ਸਮੇਂ ਵੀ ਅੱਜ ਤੀਕਰਾ ਭੂਤਕਾਲ ਦੀ ਗੱਲ ਕਰਦੇ ਆ, ਸਤਿਗੁਰੂ ਤੋਂ ਬਿਨਾ ਕਿਸੇ ਨੇ ਨਹੀਂ ਪਾਇਆ। ਬਿਨ ਸਤਿਗੁਰ ਕਿਨੈ ਨਾ ਪਾਇਆ, ਪਾਇਆ ਸ਼ਬਦ ਵੀ ਸਾਨੂੰ ਭੂਤਕਾਲ ਵੱਲ ਲਿਜਾਏਗਾ। ਫਿਰ ਸੁਣਿਓ, ਪਰ ਆਮ ਤੌਰ ਤੇ ਵਿਦਵਾਨਾਂ ਨੇ ਅਰਥ ਕੀਤੇ ਨੇ ਕਿ ਸਤਿਗੁਰੂ ਤੋਂ ਬਿਨਾ ਕਿਸੇ ਨੇ ਜਗਜੀਵਨ ਦਾਤੇ ਨੂੰ ਨਹੀਂ ਪਾਇਆ। ਫਿਰ ਕਹਿਣ ਲੱਗੇ ਮੈਂ ਸੱਚ ਕਹਿ ਰਿਹਾ, ਫਿਰ ਦੁਬਾਰਾ ਰਿਪੀਟ ਕੀਤਾ ਕਿ ਸਤਿਗੁਰੂ ਤੋਂ ਬਿਨਾ ਜਗਜੀਵਨ ਦਾਤਾ ਮਿਲ ਨਹੀਂ ਸਕਦਾ। ਅਗਲਾ ਸ਼ਬਦ ਦੇਖੋ, ਇਹਦੀ ਇਕੱਠੀ ਵਿਚਾਰ ਹੋਵੇਗੀ, ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰਖਿਓਨ। ਆਪ ਕੌਣ? ਵਾਹਿਗੁਰੂ। ਆਪ ਉਹ ਵੇ ਜਿਹੜਾ ਪਹਿਲੀ ਪੌੜੀ ਵਿੱਚ ਸ਼ੁਰੂ ਹੁੰਦਾ ਹੈ, ਆਪੀ ਨੇ ਆਪ ਸਾਜਿਓ। ਉਹ ਆਪ ਜਿਹਨੂੰ ਪਾਰ ਬ੍ਰਹਮ ਕਹਿੰਦੇ। ਬਸ ਆਹ ਨੁਕਤਾ ਥੋੜਾ ਜਿਹਾ ਆਪਾਂ ਸਮਝਣਾ। ਇਹ ਨਹੀਂ ਕਿ ਜੋ ਮੈਂ ਕਹਿ ਰਿਹਾ ਇਹ ਅਖੀਰਲਾ ਸੱਚ ਹੋਵੇਗਾ। ਗੁਰੂ ਅਗਾਧ ਬੋਧਕ ਹੈ, ਗੁਰੂ ਦੀ ਮਹਿਮਾ ਕਥਨ ਤੋਂ ਬਾਹਰ ਹੈ। ਪਰ ਸਤਿਗੁਰ ਵਿੱਚ ਆਪ ਰਖਿਓਨ, ਜੇ ਇਹ ਸੰਧੀ ਛੇਦ ਕਰਾਂਗੇ, ਉਹਨੇ ਰੱਖਿਆ, ਰਖਿਓਨ, ਉਸਨੇ ਆਪਣੇ ਆਪ ਨੂੰ ਸਤਿਗੁਰੂ ਦੇ ਵਿੱਚ ਟਿਕਾ ਦਿੱਤਾ। ਕਿੰਨੇ? ਆਪੀ ਨੇ, ਜਗਜੀਵਨ ਦਾਤੇ ਨੇ। ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ, ਸਤਿਗੁਰ ਵਿੱਚ ਆਪ ਰਖਿਓਨ। ਆਪਣੇ ਆਪ ਨੂੰ ਵਾਹਿਗੁਰੂ ਨੇ ਰੱਖ ਦਿੱਤਾ। ਤੇ ਨਾਲ ਸਤਿਗੁਰੂ ਨੇ ਕਿਹਾ, ਲੁਕ ਕੇ ਗੱਲ ਨਹੀਂ, ਇਹ ਛਿਪ ਕੇ ਗੱਲ ਨਹੀਂ, ਕਰ ਪ੍ਰਗਟ ਆਖ ਸੁਣਾਇਆ। ਇਹ ਡੰਕੇ ਦੀ ਚੋਟ ਨਾਲ ਪ੍ਰਗਟ ਕਰਕੇ ਅਸੀਂ ਸਭ ਲੋਕਾਂ ਤੱਕ ਪਹੁੰਚਾ ਦਿੱਤਾ। ਰੱਬ ਨੇ ਕਹਿ ਦਿੱਤਾ ਹੈ ਕਿ ਜਿਨਨੇ ਮੇਰੇ ਤੱਕ ਪਹੁੰਚਣਾ ਉਹ ਸਤਿਗੁਰੂ ਦੇ ਰਸਤੇ ਰਾਹੀਂ ਹੀ ਮੇਰੇ ਕੋਲ ਆ ਸਕਦਾ ਹੈ। ਇਸ ਤੁਕ ਨੂੰ ਬਸ ਮੈਂ ਅਰਜ਼ ਕਰਾਂਗਾ, ਸਤਿਗੁਰੂ ਸ਼ਬਦ ਦੇ ਅਰਥ ਕੀ ਨੇ। ਜੇ ਕੋਸ਼ ਵਿੱਚ ਦੇਖੋ, ਅਸੀਂ ਅਰਥ ਕਰਾਂਗੇ ਸੱਚਾ ਗੁਰੂ, ਇਹੀ ਕਰਾਂਗੇ ਨਾ ਜੀ ਅਰਥ। ਮੈਨੂੰ ਯਾਦ ਹੈ ਸਰਦਾਰ ਕਪੂਰ ਸਿੰਘ ICS, ਜਿਹੜੇ ਗੁਰਮਤ ਨਾਲ ਸੰਬੰਧਿਤ ਨੇ, ਸਾਹਿਤ ਨਾਲ। ਇੱਕ ਕਿਤਾਬ ਉਹਨਾਂ ਦੀ ਸਾਚੀ ਸਾਖੀ ਬਹੁਤ ਸਿੱਖਾਂ 'ਚ ਪੜ੍ਹੀ ਜਾਂਦੀ, ਪਰ ਉਹ ਰਾਜਨੀਤੀ ਤੇ ਹੈ। ਸਰਦਾਰ ਕਪੂਰ ਸਿੰਘ ਉਹਨਾਂ ਨੇ ਰਾਜਨੀਤੀ ਤੋਂ ਇਲਾਵਾ ਵੀ ਗੁਰਮਤ ਉੱਤੇ ਵੀ ਕਾਫੀ ਕੁਝ ਲਿਖਿਆ ਹੈ। ਉਹਨਾਂ ਦਾ ਇੱਕ ਵਾਰ ਲੇਖ ਆਇਆ ਸੀ, ਗੁਰੂ ਅਤੇ ਸਿੱਖ, ਸਤਿਗੁਰੂ ਤੇ ਸਿੱਖ। ਹੁਣ ਜੇਕਰ ਮੈਨੂੰ ਕੋਈ ਪੁੱਛੇ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਮੈਨੂੰ ਦੱਸੋ ਗੁਰੂ ਦੇ ਅਰਥ ਕੀ ਨੇ, ਗੁਰੂ ਗ੍ਰੰਥ ਸਾਹਿਬ ਡਿਕਸ਼ਨਰੀ ਨਹੀਂ, ਗੁਰੂ ਗ੍ਰੰਥ ਸਾਹਿਬ ਸ਼ਬਦ ਕੋਸ਼ ਨਹੀਂ। ਮੰਨ ਲਓ ਅਸੀਂ ਅਰਥ ਲੱਭਣ ਵਾਸਤੇ ਆ ਗਏ, ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਦੇ ਬਾਰੇ ਪਰਿਭਾਸ਼ਾ ਦਿੱਤੀ ਜਾਏਗੀ। ਜੇ ਕਹੀਏ ਵੀ ਅੱਖਰੀ ਅਰਥ ਕੀ ਨੇ, ਇਹ ਤਾਂ ਕਥਾ ਕੀਰਤਨ ਤੇ ਟੀਕਾਕਾਰਾਂ ਨੇ ਕੀਤੇ। ਪਰ ਅਸਲ 'ਚ ਉਹ ਕਹਿੰਦੇ ਹੁੰਦੇ ਸਨ, ਅਸੀਂ ਸਤਿਗੁਰੂ ਦਾ ਅਰਥ ਕਰਨੇ ਆ ਸੱਚਾ ਗੁਰੂ। ਗੁਰੂ ਦਾ ਅਰਥ ਜਦੋਂ ਅੰਗਰੇਜ਼ੀ ਵਾਲੇ ਕਰਦੇ ਨੇ, ਉਹ ਟੀਚਰ ਜਾਂ ਮਾਸਟਰ ਕਰਦੇ ਨੇ ਜੀ। ਇਸ ਤਰ੍ਹਾਂ ਹੈ ਨਾ ਜੀ, ਇਹ ਟੀਚਰ, ਉਹ ਮਾਸਟਰ ਜਾਂ ਉਸਤਾਦ ਨਹੀਂ। ਉਹ ਕਹਿੰਦੇ ਨੇ ਟੀਚਰ ਮਾਸਟਰ ਅਰਥ ਕਰੋਗੇ ਤੇ ਸਪਿਰਿਚੁਅਲਿਟੀ ਦੇ ਪੱਖੋਂ ਇਹ ਅਰਥ ਟੁਕਣਗੇ ਨਹੀਂ। ਹਾਲਾਂਕਿ ਸਿੱਖ ਦੇ ਅਰਥ ਬਾਣੀ 'ਚ ਬੜੇ ਸਿੱਧੇ ਕੀਤੇ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਕੋਸ਼ ਦੇ ਅਰਥ ਨਹੀਂ ਨਾ, ਉਹ ਸਿੱਖ ਦਾ ਜੀਵਨ ਹੈ। ਸਤਿਗੁਰੂ ਦੀ ਪਰਿਭਾਸ਼ਾ ਵੀ ਦਿੱਤਾ ਕਿ ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿੱਖ ਉਧਰੈ, ਨਾਨਕ ਹਰ ਗੁਣ ਗਾਓ। ਫਿਰ ਬੇਨਤੀ ਸੁਣਿਓ, ਟੀਚਰ, ਉਸਤਾਦ, ਮਾਸਟਰ ਅਰਥ ਅਸੀਂ ਕਰਨੇ ਆ, ਇਹਦਾ ਅਰਥ ਤਲੀਮ ਨਾਲ ਬਣ ਜਾਏਗਾ। ਦੁਨਿਆਵੀ ਤਲੀਮ ਦੇਣ ਵਾਲਾ ਵੀ ਟੀਚਰ, ਮਾਸਟਰ, ਉਸਤਾਦ ਹੈ ਨਹੀਂ। ਗੁਰੂ ਦੇ ਅਰਥ ਕੇਵਲ ਆਚਾਰਿਆ, ਪੜ੍ਹਾਉਣ ਵਾਲਾ ਨਾ ਕਰੀਏ। ਉਹਨਾਂ ਅਰਥ ਮੈਨੂੰ ਬੜੇ ਚੰਗੇ ਲੱਗੇ। ਉਹ ਕਹਿੰਦੇ ਨੇ ਅਸਲ 'ਚ ਗੁਰੂ ਦੇ ਅਰਥ ਨੇ ਕਿ ਜਿਹਦੇ ਅੰਦਰ ਪਰਮ ਸੱਤਾ ਪਰਮੇਸ਼ਵਰ ਆਪ ਪ੍ਰਗਟ ਹੋ ਗਿਆ ਹੈ। ਤੇ ਸਿੱਖ ਦੇ ਅਰਥ ਇਹ ਨੇ ਜਿਹਦੇ ਅੰਦਰ ਗੁਰੂ ਪ੍ਰਗਟ ਹੋ ਗਿਆ ਹੈ। ਕਮਾਲ ਕਰ ਦਿੱਤੀ ਅਰਥ ਕਰਦੇ। ਕਹਿੰਦੇ ਜਿਹੜੀ ਪਰਮ ਸੱਤਾ ਹੈ, ਅੱਜ ਸਮਝ ਪਏਗੀ ਸਤਿਗੁਰ ਵਿੱਚ ਆਪ ਰੱਖਿਓਨ ਕੀ। ਜਿਹੜੀ ਪਰਮ ਸੱਤਾ ਜਿਹਨੂੰ ਪਾਰ ਬ੍ਰਹਮ ਪਰਮੇਸ਼ਰ ਨਿਰਾਕਾਰ ਕਹਿੰਦੇ, ਉਸ ਨਿਰਾਕਾਰ ਦੀ ਜਿਹੜੀ ਸ਼ਕਤੀ ਹੈ ਉਹਨੇ ਸਤਿਗੁਰੂ ਵਿੱਚ ਟਿਕਾ ਦਿੱਤੀ। ਇਹੀ ਕਾਰਨ ਕਿ ਜਿਹੜੇ ਸਿੱਖ ਸੂਖਸ਼ਮਤਾਈ ਨਾਲ ਬਾਣੀ ਪੜ੍ਹਨਗੇ, ਉਹ ਬਾਣੀ ਵਿੱਚ ਵੀ ਨਿਰੰਕਾਰ ਦੀਆਂ ਹੀ ਝਲਕਾਂ ਦੇਖਦੇ ਨੇ। ਉਹ ਬਾਣੀ ਦੇ ਸ਼ਬਦ ਵਿੱਚ ਵੀ ਪਾਰ ਬ੍ਰਹਮ ਹੀ ਵਰਦਾ ਦੇਖਦੇ ਨੇ। ਪਰ ਮੈਂ ਇਸ ਤੁਕ ਤੇ ਥੋੜਾ ਜਿਹਾ ਤਾਂ ਜ਼ੋਰ ਦੇ ਰਿਹਾ ਕਿ ਸਤਿਗੁਰ ਵਿੱਚ ਆਪ ਰੱਖਿਓ ਸਿੱਖ ਦਾ ਅਕੀਦਾ ਆਪਣੇ ਗੁਰੂ ਪ੍ਰਤੀ ਕਿਵੇਂ ਹੋਵੇ। ਉਹ ਕਹਿੰਦੇ ਨੇ ਗੁਰੂ ਵਿੱਚ ਪਾਰ ਬ੍ਰਹਮ ਪਰਮੇਸ਼ਵਰ ਪਰਮ ਸੱਤਾ ਪ੍ਰਗਟ ਹੋ ਗਈ। ਸਿੱਖ ਉਹ
ਕੱਲਾ ਵਿਦਿਆਰਥੀ, ਚਲੋ ਸਿੱਖ ਦਰਸ ਅਸੀਂ ਸੰਸਕ੍ਰਿਤ ਦੇ ਸ਼ਿਸ਼ਯ ਜਾਂ 6 ਸ਼ਬਦ ਤੋਂ ਕਰਨੇ, ਸਟੂਡੈਂਟ ਕਰਨੇ ਆ, ਵਿਦਿਆਰਥੀ ਕਰਨੇ ਨਹੀਂ। ਪਿਆਰਿਓ, ਵਿਦਿਆਰਥੀ ਦਾ ਸੰਬੰਧ ਬੋਧਕ ਤਲ ਤੇ ਹੈ। ਗੁਰਬਾਣੀ 'ਚ ਸਿੱਖ ਦੇ ਅਰਥ ਪੜੋਗੇ, ਸਿੱਖ ਦਾ ਅਰਥ ਹੈ ਜਿਹੜਾ ਪੰਜਾਂ ਤੱਤਾਂ ਦੇ ਸਰੀਰ ਵਿੱਚ ਰਹਿੰਦਾ, ਗੁਰੂ ਵਿੱਚ ਅਭੇਦ ਹੋ ਗਿਆ, ਜਿਹਦੇ ਸਰੀਰ ਵਿੱਚੋਂ ਗੁਰੂ ਦੀ ਝਲਕ ਪੈਂਦੀ। ਇਹੀ ਕਾਰਨ 3 ਗੱਲਾਂ ਜਿਹੜੀਆਂ ਹਜ਼ੂਰ ਨੇ ਹਜ਼ੂਰ ਸਾਹਿਬ ਕਹੀਆਂ। ਪੂਜਾ ਅਕਾਲ ਕੀ, ਉਹ ਨਿਰਾਕਾਰ ਹੈ, ਉਹਦੇ ਉੱਤੇ ਸਮੇਂ ਦਾ ਪ੍ਰਭਾਵ ਕੋਈ ਨਹੀਂ। ਪਰ ਜੇ ਅਕਾਲ ਨੂੰ ਜਾਣਨਾ ਕਿਵੇਂ ਜਾਣਾਂਗੇ? ਉਹਦਾ ਤਾਂ ਰੂਪ ਰੇਖ ਹੀ ਕੋਈ ਨਹੀਂ, ਉਹਦਾ ਚੱਕਰ ਚੇਨ ਕੋਈ ਨਹੀਂ। ਮੈਨੂੰ ਦੱਸੋ, ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜ਼ਾਤਾ ਹੈ, ਨਾ ਪਾਤਾ ਹੈ, ਨਿਰਸਾਕੰਗ ਸ਼ਰੀਕ ਹੈ। ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਿ। ਉਹਦਾ ਕੀ ਚਿੰਨ੍ਹ ਹੈ ਜੀ ਪਰਮਾਤਮਾ ਦਾ? ਕੀ ਉਹਦਾ ਕੋਈ ਚਿੰਨ੍ਹ ਅਸੀਂ ਨਿਰਧਾਰਿਤ ਕਰਾਂਗੇ? ਪਰ ਜਿਹੜਾ ਅਕਾਲ ਹੈ ਉਹਦੀ ਪੂਜਾ ਓਨੀ ਦੇਰ ਤੱਕ ਨਹੀਂ ਹੋ ਸਕੇਗੀ ਜਿੰਨੀ ਦੇਰ ਤੱਕ ਸ਼ਬਦ ਦਾ ਪਰਚਾ ਨਹੀਂ। ਪਰਚਾ ਦਾ ਅਰਥ ਹੈ ਪ੍ਰੀਚੈ। ਆ ਹਿੰਦੀ ਦਾ ਇੱਕ ਲਫ਼ਜ਼ ਹੈ ਨਾ ਜੀ, ਪ੍ਰੀਚੈ, ਜਾਣਕਾਰੀ। ਪਰ ਉੱਥੇ ਪਰਚਾ ਦਾ ਅਰਥ ਹੈ ਸ਼ਬਦ ਦਾ ਅਭਿਆਸ। ਜੇ ਸ਼ਬਦ ਦਾ ਅਭਿਆਸ ਕਰੇਗਾ ਤੇ ਅਕਾਲ ਦੀ ਪੂਜਾ ਹੋ ਸਕੇਗੀ। ਤੇ ਜੇ ਸ਼ਬਦ ਬਾਰੇ ਕੋਈ ਸਮਝਣਾ ਹੈ ਤੇ ਦੀਦਾਰ ਖਾਲਸੇ ਕਾ, ਜਿਸ ਖਾਲਸੇ ਵਿੱਚ ਸ਼ਬਦ ਵਰਦਾ ਪਿਆ ਉਹਦੇ ਦੀਦਾਰ ਕਰੇਗਾ ਤੇ ਤੈਨੂੰ ਸ਼ਬਦ ਦੀ ਸੋਝੀ ਬਹਿ ਜਾਏਗੀ। ਫਿਰ ਸਮਝੋ, ਸਤ ਸੰਗਤ ਹੋ ਗਈ, ਦੀਦਾਰ ਖਾਲਸੇ ਕਾ ਸਤਸੰਗ ਅਰਥ ਕਰੀਏ। ਹੁਣ ਉਹਦੇ ਵਿੱਚ ਸ਼ਬਦ ਵਰਤ ਰਿਹਾ, ਕੱਲਾ ਲਫ਼ਜ਼ ਖਾਲਸਾ ਲਿਖਣ ਨਾਲ ਨਹੀਂ ਸਾਰੀ ਲਿਖੀ ਫਿਰਦੇ ਆਪਣੇ ਨਾਂ ਨਾਲ। ਖਾਲਸਾ ਤੇ ਇੱਕ ਅੰਦਰ ਦੀ ਅਭੇਦਤਾ ਹੈ। ਖਾਲਸਾ ਤਾਂ ਪਰਮ ਸਿਖਰ ਹੈ ਸਿੱਖੀ ਦਾ। ਖਾਲਸਾ ਹੋਵੇ ਜਿਹਦੀਆਂ ਅੱਖਾਂ ਵਿੱਚੋਂ ਗੁਰੂ ਗੋਬਿੰਦ ਸਿੰਘ ਦੀਆਂ ਅੱਖਾਂ ਪ੍ਰਗਟ ਹੁੰਦੀਆਂ ਹਨ। ਖਾਲਸਾ ਹੋਵੇ ਜਿਹਦੇ ਚਿਹਰੇ ਵਿੱਚੋਂ ਗੁਰੂ ਗੋਬਿੰਦ ਸਿੰਘ ਦਾ ਚਿਹਰਾ ਪ੍ਰਗਟ ਹੁੰਦਾ ਹੈ। ਖਾਲਸਾ ਹੋਵੇ ਜਿਹਦੇ ਰੋਮ ਰੋਮ ਵਿੱਚੋਂ ਗੁਰੂ ਦੀ ਆਵਾਜ਼ ਨਿਕਲਦੀ ਹੈ। ਖਾਲਸਾ ਹੋਵੇ ਜਿਹੜਾ ਅੰਦਰ ਨੂੰ ਫਤਿਹ ਪਾਈ ਬੈਠਾ ਹੈ। ਖਾਲਸਾ ਹੋਵੇ ਜਿਹੜਾ ਨਿੰਦਾ ਤੋਂ ਮੁਕਤ ਹੋ ਚੁੱਕਾ ਹੈ। ਖਾਲਸਾ ਹੋਵੇ ਜਿਹੜਾ ਗਰੀਬ ਦੀ ਢਾਲ ਬਣਦਾ ਹੈ। ਖਾਲਸਾ ਹੋਵੇ ਜਿਹੜਾ ਜ਼ਾਲਮ ਆਵੇ ਤੇ ਛਾਤੀ ਦਾਹ ਕੇ ਜ਼ਾਲਮ ਦਾ ਮੁਕਾਬਲਾ ਕਰਦਾ। ਕੱਲੇ ਲਫ਼ਜ਼ ਖਾਲਸਾ ਨਹੀਂ, ਇਹਨੂੰ ਨੈਗੇਟਿਵ ਲਿਆਇਓ, ਕਿਉਂਕਿ ਗੁਰੂ ਨੇ ਅਰਥ ਹਰ ਚੀਜ਼ ਦੇ ਡੂੰਘੇ ਦਿੱਤੇ। ਅਸੀਂ ਸੌਖੇ ਜੇ ਕਰਕੇ ਲੋਕਾਂ ਤੱਕ ਚੱਲ ਪਏ। ਡੂੰਘੇ ਦਾ ਮਤਲਬ ਔਖੇ ਨਹੀਂ। ਹੁਣ ਜਿਹੜਾ ਖਾਲਸਾ ਹੈ ਉਹ 'ਚ ਸ਼ਬਦ ਵਰਤਦਾ ਹੈ। ਉਹਨੂੰ ਜੇ ਕੋਈ ਪੁੱਛੇ ਵੀ ਅਕਾਲ ਕਿਵੇਂ ਜਪਿਆ ਜਾਂਦਾ ਹੈ, ਉਹ ਕਹਿੰਦਾ ਸ਼ਬਦ ਨਾਲ ਪ੍ਰੀਚਿਆ ਪਾ। ਜਿਹੜਾ ਸ਼ਬਦ ਨਾਲ ਜੁੜੇਗਾ ਉਹ ਇੱਕ ਓੰਕਾਰ ਅਕਾਲ ਨਾਲ ਜੁੜੇਗਾ। ਮੇਰੀ ਬੇਨਤੀ ਸੁਣੋ, ਇਹਦਾ ਮਤਲਬ ਜਿਹੜੀ ਪਰਮ ਸ਼ਕਤੀ ਨਿਰਾਕਾਰ ਹੈ ਉਹ ਪ੍ਰਗਟ ਕਿਵੇਂ ਹੋਈ? ਉਹਨੇ ਇੱਕ ਖੇਡ ਵਰਤਾ ਦਿੱਤੀ। ਮੈਂ ਬਾਣੀ ਚੋਂ ਪ੍ਰਮਾਣ ਦਿਆਂਗਾ, ਬਾਹਰ ਨੂੰ ਕਿਤੇ। ਗੁਰੂ ਨਾਨਕ ਸਾਹਿਬ ਬਾਰੇ ਇੱਕ ਬਚਨ ਭਾਈ ਗੁਰਦਾਸ ਸਾਹਿਬ ਨੇ, ਭੱਟਾਂ ਨੇ, ਇਵਨ ਕਿ ਗੁਰੂ ਅਰਜਨ ਦੇਵ ਜੀ ਨੇ ਵੀ ਕਿਹਾ। ਇਸ ਤੁਕ ਤੋਂ ਮੈਂ ਸ਼ੁਰੂ ਕਰ ਲੱਗਾ ਕਿ ਸਤਿਗੁਰ ਵਿੱਚ ਆਪ ਰਖਿਓਨ। ਫਿਰ ਅਸੀਂ ਅਰਥ ਕਰਾਂਗੇ ਬਿਨ ਸਤਿਗੁਰ ਕਿਨੈ ਨਾ ਪਾਇਓ। ਗੁਰੂ ਅਰਜਨ ਸਾਹਿਬ ਕਹਿੰਦੇ ਨੇ ਕਿ ਪਾਰ ਬ੍ਰਹਮ ਪਰਮੇਸ਼ਵਰ ਜੋ ਨਿਰਾਕਾਰ ਹੈ। ਇਹਨੂੰ ਬੜੀ ਬਰੀਕੀ ਨਾਲ ਸੁਣੋਗੇ, ਗੱਲ ਸਮਝ ਪਏਗੀ, ਕਿਉਂਕਿ ਮਨ 'ਚ ਬੜੀ ਉਤਲ ਪੁਤਲ ਹੋਣੀ ਵੀ ਆਕਾਰ ਜਿਹੜਾ ਉਹ ਤਾਂ ਹੋ ਹੀ ਨਹੀਂ ਸਕਦਾ ਰੱਬ, ਉਹ ਤਾਂ ਅਜੂਨਾ ਵਿੱਚ ਅਜੂਨੀ ਹੈ। ਪਰ ਫਿਰ ਬੇਨਤੀ ਸੁਣਿਓ, 1469 1539 ਇਹ ਸਾਡੀ ਅਪਰੋਚ ਹੈ ਸਾਹਿਤ ਦੀ, ਹਿਸਟਰੀ ਦੀ। ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਕੇ ਦੇਖੋਗੇ ਤੇ ਭੱਟ ਤੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿਣਗੇ ਗੁਰੂ ਨਾਨਕ ਸਾਹਿਬ ਉਸ ਦਿਨ ਵੀ ਸੀ ਜਿੱਦਣ ਸੁੰਨ ਸਮਾਧੀ ਵਿੱਚ ਰੱਬ ਬੈਠਾ ਹੈ। ਬਸ ਇਹਨੂੰ ਥੋੜਾ ਜਿਹਾ ਮੇਰੀ ਬੇਨਤੀ ਨੂੰ ਸੁਣਿਓ। ਸੁੰਨ ਸਮਾਧੀ ਮੈਂ ਬੜੀ ਗਹਿਰੀ ਗੱਲ ਸ਼ੁਰੂ ਕੀਤੀ ਹੈ ਤਾਂ ਕਿਉਂਕਿ ਮੈਨੂੰ 3 ਦੀਵਾਨਾਂ 'ਚ ਗੱਲ ਸਮਝ ਪੈ ਗਈ ਵੀ ਸੱਚੀ ਗੱਲ ਜੇ ਸੰਗਤ ਬਾਣੀ ਸੁਣਨੀ ਚਾਹੁੰਦੀ, ਅਸੀਂ ਸੌਂ ਗਏ ਹਾਂ ਸੁਣਾਉਣ ਵਾਲੇ। ਸੰਗਤ ਦਾ ਸਰੋਤੇ ਦਾ ਕੋਈ ਕਸੂਰ ਨਹੀਂ। ਫਿਰ ਬੇਨਤੀ ਹੈ, ਹੁਣ ਜਿਹੜਾ ਉਹ ਨਿਰਾਕਾਰ ਪਾਰ ਬ੍ਰਹਮ ਪਰਮੇਸ਼ਵਰ ਜਿਹਨੂੰ ਆਪਾਂ ਕਹਿੰਦੇ, ਉਸ ਨਿਰਾਕਾਰ ਨੇ ਜਦੋਂ ਆਕਾਰ ਧਾਰਨ ਕੀਤਾ, ਕਿੱਥੇ ਸੀ ਗੁਰੂ ਨਾਨਕ ਸਾਹਿਬ? ਭੱਟ ਕਹਿੰਦੇ ਨੇ ਆਪ ਜੀ ਨੂੰ ਪ੍ਰਹਿਲਾਦ ਨੇ ਗਾਇਆ, ਧਰੂ ਨੇ ਗਾਇਆ, ਨਾਮਦੇਵ ਨੇ ਗਾਇਆ, ਕਬੀਰ ਨੇ ਗਾਇਆ, ਜੈਦੇਵ ਨੇ ਗਾਇਆ, ਰਵਿਦਾਸ ਨੇ ਗਾਇਆ। ਤੇ ਮਨ 'ਚ ਸਵਾਲ ਉੱਠੇਗਾ, ਧਰੂ ਪ੍ਰਹਿਲਾਦ ਤਾਂ ਜੁਗਾਂ ਪਹਿਲਾਂ ਹੋਏ ਨੇ। ਪਰ ਸਿੱਖ ਤਾਂ ਕਥਾ ਕਰਦਿਆਂ ਕਹਿ ਰਹੇ ਨੇ ਗੁਰੂ ਨਾਨਕ ਸਾਹਿਬ 1469 ਨੂੰ ਆਏ। ਪਿਆਰਿਓ, ਜਦੋਂ ਸੁੰਨ ਵਿੱਚ ਪਾਰ ਬ੍ਰਹਮ ਬੈਠਾ ਹੈ ਉਹਦੇ ਵਿੱਚ ਵੀ ਗੁਰੂ ਆਪ ਸਮੋਇਆ ਹੈ।
ਜਿਹਨੂੰ ਕਹਿੰਦੇ ਆ ਅਰਬਦ ਨਰਬਦ ਧੁੰਦੂ ਕਾਰਾ, ਧਰਨਾ ਗਗਨਾ ਹੁਕਮਾ ਪਾਰਾ, ਨਾ ਦਿਨ ਰਹਿਣ ਚੰਦ ਨਾ ਸੂਰਜ, ਸੁਨ ਸਮਾਦ ਲਗਾਏਗਾ। ਉਸ ਸੁਨ ਵਿੱਚ ਵੀ ਇਹਨੂੰ ਸਮਝਣ ਲਈ ਇੱਕ ਬੋੜ ਦਾ ਬੀਜ ਹੈ। ਇਹ ਉਦਾਹਰਨ ਹੈ, ਪਰ ਗੁਰੂ ਤੇ ਟੁਕਦੀ ਨਹੀਂ। ਮੈਂ ਪਹਿਲਾਂ ਖਿਮਾ ਮੰਗ ਲੈਣਾ ਇਹ ਸਮਝਣ ਲਈ। ਬੋੜ ਦਾ ਬੀਜ ਖਸਖਸ ਦੇ ਦਾਣੇ ਨਾਲੋਂ ਬਰੀਕ ਹੈ, ਇੰਨਾ ਸੂਖਸ਼ਮ ਹੈ ਨਾ ਜੀ। ਹੁਣ ਇੱਕ ਬੰਦੇ ਨੂੰ ਪੁੱਛੋ ਵੀ ਇਸ ਬੀਜ ਵਿੱਚ ਕੀ ਹੈ, ਉਹ ਕਹੇਗਾ ਇਹ ਕੀ ਚੀਜ਼, ਨਿੱਕਾ ਜਿਹਾ ਦਾਣਾ ਨਜ਼ਰ ਨਹੀਂ ਆ ਰਿਹਾ। ਪਰ ਕਿਸੇ ਸੂਝਵਾਨ ਨੂੰ ਪੁੱਛੋਗੇ, ਉਹ ਕਹੇਗਾ ਨਿੱਕਾ ਜਿਹਾ ਬਰੀਕ ਦਾਣਾ ਨਹੀਂ, ਇਹਦੇ ਵਿੱਚ ਇੱਕ ਰੁੱਖ ਲੁਕਿਆ ਹੋਇਆ ਹੈ ਜਿਹੜਾ ਸਦੀਆਂ ਤੱਕ ਜੀਵਤ ਰਹਿ ਸਕਦਾ ਹੈ ਤੇ ਜਿਹੜਾ ਲੱਖਾਂ ਲੋਕਾਂ ਨੂੰ ਛਾਂ ਦੇ ਸਕਦਾ ਹੈ। ਹੁਣ ਉਹ ਬੀਜ ਅਫੁਰਖ ਹੈ। ਫਿਰ ਧਿਆਨ ਨਾਲ ਸੁਣਿਓ, ਅਸੀਂ ਬੀਜ ਦੀ ਉਦਾਹਰਨ ਲਈ ਕਣਕ ਬੀਜਨੇ, ਸੁਕਾ ਦਿੱਤੀ ਕਣਕ, ਗਾਹ ਕੇ ਸੁਕਾ ਦਿੱਤੀ। ਜਿਹੜਾ ਬੀਜ ਪੀਂਦੇ ਆ ਗਿੱਲਾ ਤੇ ਨਹੀਂ ਬੀਜਦੇ ਨਾ, ਕਹਿੰਦੇ ਸੁਕਾ ਕੇ ਰੱਖ ਲਓ ਅਗਲੇ ਸਾਲ ਪਾਣਾ। ਪਰ ਚੇਤੇ ਰੱਖਿਓ, ਸੁੱਕਣ ਦੇ ਬਾਵਜੂਦ ਵੀ ਸੁੱਕਦਾ ਨਹੀਂ। ਜੇ ਸੁੱਕ ਜਾਏ ਤੇ ਫਿਰ ਉਹਦੇ ਵਿੱਚ ਅੰਕੁਰ ਕਿਉਂ ਫੁੱਟੇ? ਉਹ ਸੁੱਕਾ ਨਹੀਂ, ਉਹਦੇ ਵਿੱਚ ਅੰਕੁਰ ਹੈ। ਗੁਰਸਿੱਖੋ ਸਮਝੋ, ਗੁਰੂ ਨਾਨਕ ਸਾਹਿਬ ਕੀ ਨੇ ਸਾਡੇ, ਕੀ ਹੈ ਮੇਰਾ ਸਤਿਗੁਰੂ। ਹੁਣ ਉਸ ਬੋੜ ਦੇ ਵਿੱਚ ਇੱਕ ਰੁੱਖ ਹੈ ਜਿਹੜਾ ਸਦੀਆਂ ਤੱਕ ਜਿੰਦਾ ਹੈ, ਜਿਹੜਾ ਲੱਖਾਂ ਲੋਕਾਂ ਨੂੰ ਛਾਂ ਦਿੰਦਾ ਹੈ। ਪਰ ਅਗਿਆਨੀ ਬੰਦੇ ਵਾਸਤੇ ਕੁਛ ਵੀ ਨਹੀਂ। ਜਿਹੜੀ ਸੁੰਨ ਅਵਸਥਾ ਹੈ ਪ੍ਰਭੂ ਦੀ, ਸਾਰੇ ਅਵਤਾਰ ਤਾਂ ਉਹਦੇ ਵਿੱਚ ਹੀ ਸਨ, ਪੀਰ ਪੈਗੰਬਰ ਉਹਦੇ ਵਿੱਚ ਸਨ। ਉਹ ਜਦੋਂ ਸਰਗੁਣ ਹੋਇਆ, ਉਹ ਸਫੁਰ ਹੋਇਆ, ਉਹਨੇ ਸਭ ਕੁਝ ਸਿਰਜਿਆ। ਪਰ ਚੇਤੇ ਰੱਖੋ, ਸਭ ਕੁਝ ਸਿਰਜਦਿਆਂ ਉਸ ਨਿਰਾਕਾਰ ਨੇ ਜਿਹੜੀ ਆਪਣੀ ਪਰਮ ਸਤਾ ਸਾਰਿਆਂ ਵਿੱਚ ਰੱਖੀ, ਕੋਈ ਸ਼ੱਕ ਨਹੀਂ। ਪਰ ਕਿਵੇਂ ਉਸ ਪਰਮ ਸ਼ਕਤੀ ਨਾਲ ਜੁੜੀਏ? ਸਾਨੂੰ ਚਮੜੇ ਚੋਂ ਚਮੜੀ ਦਿਸਦੀ। ਸੱਚੀ ਗੱਲ ਜੇ ਅਸੀਂ ਬ੍ਰਹਮ ਦੀ ਗੱਲ ਕਰਨੇ ਆ, ਸਾਨੂੰ ਬ੍ਰਹਮ ਦੀ ਗੱਲ ਕਰਦਿਆਂ ਵੀ ਚੰਮ ਦਿਸਦਾ। ਪਰ ਜਿਹੜੇ ਅੰਦਰੋਂ ਜੁੜੇ ਨੇ, ਉਹ ਚੰਮ ਵਿੱਚੋਂ ਵੀ ਬ੍ਰਹਮ ਦੀਆਂ ਝਲਕਾਂ ਪਾ ਲੈਂਦੇ ਨੇ। ਇਹੀ ਗੱਲ ਸੁਖਦੇਵ ਨੇ ਰਾਜੇ ਜਨਕ ਦੇ, ਅਸ਼ਟਾਵਕਰ ਨੇ ਵਾਹਿਗੁਰੂ ਜੀ ਰਾਜੇ ਜਨਕ ਦੇ ਦਰਬਾਰ 'ਚ ਕਹੀ ਸੀ। ਹਾਲਾਂਕਿ ਅਸ਼ਟਾਵਕਰ ਦੀ ਗੀਤਾ ਵੀ ਪਰਮ ਸ਼ਿਖਰ ਹੈ। ਮੈਂ ਇਹ ਜ਼ਰੂਰ ਬੇਨਤੀ ਕਰਾਂਗਾ, ਮੈਂ ਹਰ ਮਤ ਦਾ ਗ੍ਰੰਥ ਵਾਚਣ ਦਾ ਯਤਨ ਕਰਨਾ। ਮੈਂ ਕਦੀ ਨੈਗੇਟਿਵ ਸੋਚ ਲੈ ਕੇ ਨਹੀਂ ਤੁਰਿਆ। ਮੈਂ ਯਤਨ ਕਰਨਾ ਵੀ ਹਰ ਚੀਜ਼ ਨੂੰ ਪੋਜ਼ਿਟਿਵ ਲਓ। ਜੇ ਤੁਸੀਂ ਅਸਾਰੂ ਸੋਚ ਨਾਲ ਚੱਲੋਗੇ, ਘਰ ਵੀ ਚੰਗਾ ਚੱਲੇਗਾ। ਜੇ ਨੈਗੇਟਿਵ ਚੱਲੋਗੇ ਤੇ ਚੇਤੇ ਰੱਖਿਓ ਪਿਆਰਿਓ, ਨੈਗੇਟਿਵ ਚੱਲਣ ਵਾਲੇ ਬੰਦਿਆਂ ਦੇ ਘਰ ਵੀ ਖਿੰਡ ਜਾਂਦੇ ਹੁੰਦੇ। ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ। ਸਵਾਮੀ ਵਿਵੇਕਾਨੰਦ ਸ਼ਿਕਾਗੋ ਗਏ ਤੇ ਖੁੱਲੇ ਦਿਲ ਨਾਲ ਸੁਣਿਓ, ਲਫ਼ਜ਼ ਸੁਣ ਕੇ ਕਿਤੇ ਵੰਚਲਿਤ ਨਾ ਹੋਇਓ, ਕਿਉਂਕਿ ਮੈਨੂੰ ਪਤਾ, ਮੈਂ ਇੱਕ ਵਾਰ ਇੱਕ ਸਪੀਚ ਕਿਹਾ ਤੇ ਸੰਕੀਰਣ ਲੋਕਾਂ ਤੋਂ ਬਰਦਾਸ਼ਤ ਨਹੀਂ ਸੀ ਹੋਇਆ। ਉਹ ਸ਼ਿਕਾਗੋ ਗਏ, ਨੈੱਟ ਉੱਤੇ ਉਹਨਾਂ ਦੀ ਸਪੀਚ ਪਈ, ਜੋ ਕੁਛ ਉਹ ਬੋਲੇ, ਤਾਲੀਆਂ ਦੀ ਗੜਗੜਾਹਟ 'ਚ ਉਹ ਬੋਲਦੇ ਪਏ ਨੇ। ਉਹਨਾਂ ਦਾ ਇੱਕ ਮਿੱਤਰ ਬਣ ਗਿਆ ਪਾਦਰੀ। ਉਹਨੇ ਆਪਣੇ ਘਰ 'ਚ ਉਹਨਾਂ ਨੂੰ ਆਮੰਤਰਿਤ ਕੀਤਾ ਕਿ ਤੁਸੀਂ ਮੇਰੇ ਘਰ ਵਿੱਚ ਜਲ ਪਾਣੀ ਛਕਣਾ, ਚਾਹ ਪਾਣੀ। ਚਲੋ ਚਲੇ ਗਏ। ਉਹਨੇ ਕੀ ਕੀਤਾ, ਜਿਸ ਲਿਵਿੰਗ ਰੂਮ 'ਚ ਵਾਹਿਗੁਰੂ, ਜਿਸ ਲਿਵਿੰਗ ਰੂਮ ਬਾਹਰ ਕਹਿੰਦੇ ਆਪਾਂ ਜਿੱਥੇ ਬੈਠਨੇ ਆ, ਬੈਠਕ ਕਹਿ ਲਓ, ਉਸ ਦੇ ਮੇਜ਼ ਤੇ ਉੱਤੇ ਉਹਨੇ ਧਰਮ ਗ੍ਰੰਥ ਰੱਖੇ। ਉਹਦੇ ਵਿੱਚ ਬਾਈਬਲ, ਕੁਰਾਨ, ਕੁਛ ਧਰਮਾਂ ਦੇ ਗ੍ਰੰਥ, ਤੇ ਸਭ ਤੋਂ ਥੱਲੇ ਉਹਨੇ ਹਿੰਦੂਇਜ਼ਮ ਦਾ ਗ੍ਰੰਥ ਰੱਖਿਆ। ਇਸ ਕਰਕੇ ਵੀ ਵੇਖਣ ਲਈ ਵਿਵੇਕਾਨੰਦ ਦੇ ਮਨ 'ਚ ਖਿਆਲ ਕੀ ਉੱਠੇਗਾ। ਸਵਾਮੀ ਵਿਵੇਕਾਨੰਦ ਨੇ ਧਿਆਨ ਨਾਲ ਦੇਖਿਆ ਉਹਨਾਂ ਗ੍ਰੰਥਾਂ ਨੂੰ, ਦੇਖ ਕੇ ਮੁਸਕਰਾ ਪਏ। ਪਾਦਰੀ ਨੇ ਪੁੱਛਿਆ, ਤੁਸੀਂ ਮੁਸਕਰਾਏ ਕਿਉਂ? ਕਹਿਣ ਲੱਗੇ, ਇਹ ਗ੍ਰੰਥ ਕਿੰਨੇ ਜੋੜ ਕੇ ਰੱਖੇ ਨੇ? ਉਹ ਕਹਿੰਦਾ, ਮੈਂ ਕਿ ਤੁਹਾਨੂੰ ਕੋਈ ਤਕਲੀਫ ਦੁੱਖ ਤਾਂ ਨਹੀਂ ਹੋਇਆ, ਖੇਤ ਤਾਂ ਨਹੀਂ ਹੋਇਆ? ਮੈਂ ਤੁਹਾਡੇ ਨਾਲ ਸੰਬੰਧਿਤ ਗ੍ਰੰਥ ਥੱਲੇ ਰੱਖੇ। ਉਹ ਕਹਿੰਦੇ ਨੇ, ਮੈਂ ਇਸ ਕਰਕੇ ਖੁਸ਼ ਹੋਇਆ ਕਿ ਕਿੱਡਾ ਸਿਆਣਾ ਹੈ ਤੂੰ ਬੰਦਾ। ਕਹਿੰਦਾ, ਸਿਆਣਾ? ਮੈਂ ਤਾਂ ਇਹ ਗ੍ਰੰਥ ਥੱਲੇ ਰੱਖਿਆ। ਤੇ ਉਹਨਾਂ ਨੇ ਇੱਕ ਲਫ਼ਜ਼ ਕਿਹਾ ਸੀ, ਛੋਟਾ ਜਿਹਾ ਸੈਂਟੈਂਸ ਕਿਹਾ ਸੀ। ਉਹਨਾਂ ਕਿਹਾ ਸੀ ਕਿ ਜਿਹੜੀ ਇਹਦੀ ਫਾਊਂਡੇਸ਼ਨ ਹੈ, ਜਿੱਥੇ ਥੱਲੇ ਤੂੰ ਗ੍ਰੰਥ ਰੱਖਿਆ, ਸੱਚ ਦਾ ਫਾਊਂਡੇਸ਼ਨ ਇਜ਼ ਰੀਅਲੀ ਗੁੱਡ। ਜਿਹੜੀ ਇਹਦੀ ਨੀਂਹ ਹੈ ਉਹ ਬੜੀ ਚੰਗੀ ਹੈ। ਤੂੰ ਜਿੰਨਾ ਕੁਝ ਮਰਜ਼ੀ ਉੱਤੇ ਰੱਖੀ ਜਾਂ ਕੁਝ ਨਹੀਂ ਵਿਗੜਦਾ। ਹੁਣ ਦੇਖੋ, ਜਿਹੜੇ ਅੰਗਰੇਜ਼ੀ ਸਮਝਦੇ ਜਿਹਨੂੰ ਕਿਹਾ ਫਾਊਂਡੇਸ਼ਨ ਇਜ਼ ਰੀਅਲੀ ਗੁੱਡ, ਇਹ ਸਹੀ ਹੈ। ਪਰ ਆਪਣੇ ਵਰਗਾ ਹੁੰਦਾ ਡਾਂਗ ਚੁੱਕਦਾ, ਕਿਉਂਕਿ ਸਾਡੀ ਸੋਚ ਉਸਾਰੂ ਨਹੀਂ।
ਸੱਚੀ ਗੱਲ ਹੈ, ਸਾਡੀ ਸੋਚ ਵਿਕਸਿਤ ਨਹੀਂ ਹੁੰਦੀ ਪਈ। ਗੁਰੂ ਗ੍ਰੰਥ ਸਾਹਿਬ ਸੱਚੀ ਗੱਲ ਜੇ ਇੱਕ ਖਿੱਤੇ ਦਾ ਗੁਰੂ ਨਹੀਂ, ਗੁਰੂ ਗ੍ਰੰਥ ਸਾਹਿਬ ਇੱਕ ਫਿਰਕੇ ਦਾ ਗੁਰੂ ਨਹੀਂ। ਸ਼ਬਦ ਵਿੱਚ ਡਿੱਬ ਕੇ ਦੇਖੋ, ਗੁਰੂ ਗ੍ਰੰਥ ਸਾਹਿਬ ਤਾਂ ਪੂਰੀ ਕਾਇਨਾਤ ਦਾ ਮੁਰਸ਼ਦ ਹੈ। ਇਹ ਕਰੋੜਾਂ ਬ੍ਰਹਮੰਡਾਂ ਦਾ ਸਾਈਂ ਹੈ ਗੁਰੂ ਗ੍ਰੰਥ ਸਾਹਿਬ। ਮੈਂ ਫਿਰ ਪ੍ਰਕਰਨ ਵਿੱਚ ਆਵਾਂ, ਉਹ ਪਾਰ ਬ੍ਰਹਮ ਪਰਮੇਸ਼ਰ ਸਤਿਗੁਰ ਵਿੱਚ ਆਪ ਰੱਖਿਓਨ, ਉਸ ਨੇ ਉਸ ਪਰਮ ਸ਼ਕਤੀ ਜਿਹੜੀ ਆਪਣੀ ਸੀ ਉਹਦੀ, ਇਹ ਕਿਵੇਂ ਜੀਵ ਜੁੜਨਗੇ? ਕਿਉਂਕਿ ਇਹ ਦ੍ਰਿਸ਼ਟਮਾਨ ਚ ਪੈਦਾ ਹੋਏ ਨੇ, ਪੰਜਾਂ ਤੱਤਾਂ ਦੇ ਨੇ। ਹੁਣ ਫਿਰ ਪਰਮਾਤਮਾ ਨਿਰਾਕਾਰ ਨੇ ਜਿਹੜਾ ਆਕਾਰ ਧਾਰਨ ਕੀਤਾ, ਗੁਰੂ ਗ੍ਰੰਥ ਸਾਹਿਬ ਤੇ ਭਾਈ ਗੁਰਦਾਸ ਸਾਹਿਬ ਕਹਿੰਦੇ ਨੇ ਉਹਦਾ ਨਾਮ ਧੰਨ ਗੁਰੂ ਨਾਨਕ ਸਾਹਿਬ ਹੈ। ਭਾਈ ਸਾਹਿਬ ਨੂੰ ਪੁੱਛੋ, ਲਿਖਦੇ ਨੇ ਨਿਰੰਕਾਰ ਨਾਨਕ ਦਿਓ ਹੈ। ਭਾਈ ਗੁਰਦਾਸ ਸਾਹਿਬ ਸਤਿਗੁਰੂ ਵਿੱਚ ਆਪ ਰੱਖੇ। ਹੁਣ ਮੈਂ ਇਸ ਤੁਕ ਨੂੰ ਲਿਆ, ਫਿਰ ਅੱਗੋਂ ਕਲੀਅਰ ਹੋ ਜਾਏਗਾ ਕਿ ਸਤਿਗੁਰੂ ਕਿਉਂ ਧਾਰਨ ਕਰਨਾ। ਕਹਿੰਦੇ ਨੇ ਨਿਰੰਕਾਰ ਨਾਨਕ ਦਿਓ ਹੈ, ਨਿਰੰਕਾਰ ਹੈ ਗੁਰੂ ਨਾਨਕ ਸਾਹਿਬ ਜੀ। ਅਗਲੀ ਤੁਕ ਦਾ ਅਗਲਾ ਹਿੱਸਾ ਹੈ, ਨਿਰੰਕਾਰ ਆਕਾਰ ਬਣਾਇਆ। ਨਿਰਾਕਾਰ ਨੇ ਜਿਹੜਾ ਆਕਾਰ ਬਣਾਇਆ ਉਹਦਾ ਨਾਮ ਧੰਨ ਗੁਰੂ ਨਾਨਕ ਸਾਹਿਬ। ਹੁਣ ਪੜੋ ਕਿਤੇ ਗੁਰੂ ਗ੍ਰੰਥ ਸਾਹਿਬ, ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ। ਸਤਿਗੁਰੂ ਵਿੱਚ ਆਪ ਰੱਖਿਓਨ, ਜੋਤ ਰੂਪ ਔਰ ਆਪ ਗੁਰੂ ਆਪ ਨਿਰੰਕਾਰ ਆਪੀ ਨੇ ਆਪ ਸਾਜਿਓ। ਜੋਤ ਰੂਪ ਔਰ ਆਪ ਗੁਰੂ ਨਾਨਕ ਕਹਾਇਓ। ਪਾਠ ਕਰੋ, ਆਪ ਨਾਰਾਇਣ ਆਪ। ਫਿਰ ਕਿਉਂਕਿ ਇੱਥੇ ਵੀ ਸ਼ਬਦ ਆਇਆ ਨਾ, ਸਤਿਗੁਰ ਵਿੱਚ ਆਪ ਰੱਖਿਓਨ। ਆਪ ਸ਼ਬਦ ਤੇ ਥੋੜਾ ਕੇਂਦਰਿਤ ਕਰੋ। ਉੱਥੇ ਮੈਂ ਸ਼ਬਦ ਵਰਤਿਆ, ਫਿਰ ਪ੍ਰਮਾਣ ਪੜ੍ਹ ਦੇਣਾ ਕਿ ਜੋਤ ਰੂਪ ਹਰ ਆਪ, ਜੋਤ ਰੂਪ ਹੋ ਕੇ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿ। ਉਹ ਜਿਹੜੀ ਜੋਤ ਹੈ ਮੇਰੇ ਗੁਰੂ ਨਾਨਕ ਸਾਹਿਬ ਅੰਦਰ ਪ੍ਰਗਟ ਹੋਈ, ਉਹਨੂੰ ਗੁਰੂ ਗ੍ਰੰਥ ਸਾਹਿਬ 'ਚ ਕਿਹਾ ਗਿਆ ਗੁਰ ਪਰਮੇਸ਼ਰ। ਫਿਰ ਸੁਣਿਓ, ਇੱਕ ਹੈ ਪਾਰ ਬ੍ਰਹਮ ਪਰਮੇਸ਼ਰ, ਇੱਕ ਹੈ ਗੁਰ ਪਰਮੇਸ਼ਰ। ਪਾਰ ਬ੍ਰਹਮ ਪਰਮੇਸ਼ਰ ਦਾ ਕੋਈ ਰੂਪ ਰੇਖ ਨਹੀਂ, ਪਾਰ ਬ੍ਰਹਮ ਪਰਮੇਸ਼ਰ ਦਾ ਕੋਈ ਚੱਕਰ ਚਿੰਨ੍ਹ ਨਹੀਂ। ਪਰ ਜਦੋਂ ਵੀ ਪਾਰ ਬ੍ਰਹਮ ਪਰਮੇਸ਼ਰ ਆਪਣੀ ਝਲਕ ਦਿੰਦਾ ਹੈ, ਉਹ ਗੁਰ ਪਰਮੇਸ਼ਰ ਹੋ ਕੇ ਵਰਤਦਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੂੰ ਸ਼ਬਦ ਗੁਰੂ ਨੂੰ ਗੁਰ ਪਰਮੇਸ਼ਰ ਕਿਹਾ। ਤੁਸੀਂ ਜਦੋਂ ਪਾਠ ਕਰਦੇ ਹੋ, ਗੁਰ ਗੋਪਾਲ ਗੋਬਿੰਦ ਗੁਰ, ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬੋਲ ਨੇ, ਗੁਰੂ ਹੀ ਗੋਪਾਲ ਹੈ, ਗੁਰੂ ਹੀ ਗੋਬਿੰਦ ਹੈ। ਗੁਰ ਗੋਪਾਲ ਗੋਬਿੰਦ ਗੁਰ, ਗੁਰ ਪੂਰਨ ਨਾਰਾਇਣ ਹੈ, ਗੁਰ ਪੂਰਨ ਨਾਰਾਇਣ ਹੈ। ਸਤਿਗੁਰ ਵਿੱਚ ਆਪ ਰੱਖਿਓਨ, ਗੁਰੂ ਆਪ ਨਾਰਾਇਣ ਹੈ, ਆਪ ਪਰਮਾਤਮਾ ਦਾ ਸਾਕਾਰ ਰੂਪ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਹੈ, ਮਤ ਕੋ ਭਰਮ ਭੂਲੈ ਸੰਸਾਰ, ਗੁਰ ਬਿਨ ਕੋਏ ਨਾ ਉਤਰੈ ਸਪਾਰ। ਅਗਲੀ ਤੋਕੀ ਮੈਂ ਵਿੱਚੋਂ ਲਈਆਂ ਤੁਕਾਂ, ਗੁਰ ਕਰਤਾ। ਅਸੀਂ ਤਾਂ ਕਹਿੰਦੇ, ਅਸੀਂ ਤਾਂ ਏਕ ਓਂਕਾਰ ਨੂੰ ਕਰਤਾ ਪੁਰਖ ਕਹਿੰਦੇ ਨਹੀਂ। ਉਹ ਥੋੜੀ ਜੀ ਸੰਕੀਰਨਤਾ ਤੋਂ ਹਟੋ। ਜਿੱਡਾ ਵੱਡਾ ਗੁਰਸਿੱਖੋ ਤੁਹਾਡਾ ਗੁਰੂ ਜੇ, ਮਾਣ ਕਰੋ ਉਹਦੇ ਤੇ। ਗੁਰ ਪਰਮੇਸ਼ਰ ਹੈ ਸਾਡਾ, ਇਦੋਂ ਥੱਲੇ ਕੋਈ ਗੱਲ ਨਾ ਕਰੋ। ਅੱਜ ਕੱਲ੍ਹ ਠੀਕ ਹੈ ਵਿਦਵਾਨ, ਗੁਰੂ ਵਿਅਕਤੀ ਹੈ ਜੀ। ਮੈਂ ਕਹਿੰਦਾ ਨਾ, ਵਿਅਕਤੀ ਵਕਤ ਵਿੱਚ ਬੱਜੀ ਹੋਈ ਕਾਇਆ ਦਾ ਨਾਮ ਹੈ। ਗੁਰੂ ਤਾਂ ਉਦੋਂ ਵੀ ਸੀ ਜਦੋਂ ਵਕਤ ਵੀ ਸ਼ੁਰੂ ਨਹੀਂ ਸੀ ਹੋਇਆ। ਗੁਰੂ ਵਕਤ 'ਚ ਨਹੀਂ ਬੱਜੇਗਾ। ਜਿਹੜੀ ਚੀਜ਼ ਕਾਲ 'ਚ ਬੱਜੇਗੀ ਉਹ ਸੀਮਾ ਹੈ। ਗੁਰੂ ਕਾਲ ਤੋਂ ਉੱਪਰ ਹੈ। ਫਿਰ ਬੇਨਤੀ ਮੈਂ ਸ਼ਬਦ ਜਿਹੜੇ ਬੋਲਣ ਲੱਗਾ, ਮਤ ਕੋ ਭਰਮ ਭੂਲੈ ਸੰਸਾਰ, ਗੁਰ ਬਿਨ ਕੋਏ ਨਾ ਉਤਰ ਸਪਾਰ। ਉਹਦੇ ਵਿੱਚ ਗੁਰ ਕਰਤਾ, ਗੁਰ ਕਰਨਾ ਜੋਗ। ਅਗਲੀ ਤੋਂ ਕਿ ਗੁਰ ਪਰਮੇਸ਼ਰ ਹੈ ਪੀ ਖੋਗ। ਸਤਿਗੁਰ ਵਿੱਚ ਆਪ ਰੱਖਿਓਨ, ਗੁਰ ਪਰਮੇਸ਼ਰ ਹੈ ਪੀ ਖੋਗ। ਕਹੋ ਨਾਨਕ ਪ੍ਰਭ ਇਹ ਜਨਾਈ, ਬਿਨ ਗੁਰ ਮੁਕਤ ਨਾ ਪਾਈਐ ਭਾਈ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਗੁਰ ਪਰਮੇਸ਼ਰ, ਜਿਵੇਂ ਅਸੀਂ ਪੜ੍ਹਨੇ ਕਿ ਗੁਰ ਪਰਮੇਸ਼ਰ ਏਕੋ ਜਾਣ, ਜੋ ਤਿਸ ਭਾਵੈ ਸੋ ਪ੍ਰਵਾਨ। ਇਹਨੂੰ ਮੈਂ ਥੋੜਾ ਜਿਹਾ ਕਲੀਅਰ ਕਰ ਸਕਾਂ, ਗੁਰ ਪਰਮੇਸ਼ਰ ਕੀ ਹੈ। ਮੇਰੇ ਵੱਲ ਤਵੱਜੋ ਦਿਆ ਜੇ ਜੋ ਅਰਜ਼ ਕਰਨੀ ਚਾਹੁੰਦਾ। ਇੱਕ ਪਾਸੇ ਹੈ ਪਾਰ ਬ੍ਰਹਮ ਪਰਮੇਸ਼ਰ। ਇਹ ਪਾਸੇ ਦਾ ਅਰਥ ਸਮਝਾਉਣ ਲਈਏ, ਕਿਹੜਾ ਪਾਸਾ ਜਿਹਦੇ ਪਾਸੇ ਨਿਰਧਾਰਿਤ ਕਰਾਂਗੇ, ਉਹ ਤਾਂ ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਜਲ ਥਲ ਮਈਲ ਪੂਰਿਆ ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ ਏਕ ਓਂਕਾਰ। ਪਰ ਸਮਝਣ ਲਈ, ਇੱਕ ਹੈ ਪਾਰ ਬ੍ਰਹਮ ਪਰਮੇਸ਼ਰ, ਇੱਕ ਹੈ ਗੁਰ ਪਰਮੇਸ਼ਰ, ਤੇ ਦੂਜੇ ਪਾਸੇ ਹੈ ਜੀਵ ਜਿਹੜੇ ਅਸੀਂ ਹਾਂ। ਇਹਨੂੰ ਸਮਝੋ, ਇਸ ਜੀਵ ਨੇ ਪਹੁੰਚਣਾ ਪਾਰ ਬ੍ਰਹਮ ਪਰਮੇਸ਼ਰ ਤੱਕ। ਇਹਦੀ ਹਸਤੀ ਕੋਈ ਨਹੀਂ ਪਹੁੰਚ ਸਕੇ।
ਹੁਣ ਗੁਰ ਪਰਮੇਸ਼ਰ ਜੀ ਜਿਹੜੇ ਨੇ, ਇੱਕ ਪਾਸੇ ਤਾਂ ਪਾਰ ਬ੍ਰਹਮ ਪਰਮੇਸ਼ਰ 'ਚ ਉਹਦੀ ਅਭੇਦਤਾ ਹੈ, ਸੁਣੋ, ਦੂਜੇ ਪਾਸੇ ਗੁਰੂ ਸੰਸਾਰ ਵਿੱਚ ਵਿਚਰਦਾ ਹੈ। ਇਹੀ ਕਾਰਨ ਕਿ ਮੈਲ ਨਾਲ ਭਰੇ ਕੋਈ ਸੰਸਾਰੀ ਜੀਵਾਂ ਨੂੰ ਚੁੱਕ ਕੇ ਗੁਰ ਪਰਮੇਸ਼ਰ ਆਪਣੀ ਛੂਹ ਦੇ ਕੇ ਪਾਰ ਬ੍ਰਹਮ ਦੇ ਘਰ ਵਿੱਚ ਪ੍ਰਵਾਨ ਕਰਾ ਦਿੰਦਾ ਹੈ। ਸਮਝ ਗਏ ਨਾ ਜੀ? ਇੱਕ ਪਾਸੇ ਪਾਰ ਬ੍ਰਹਮ ਪਰਮੇਸ਼ਰ ਤੇ ਦੂਜੇ ਪਾਸੇ ਜੀਵ ਨੇ, ਵਿਚਕਾਰ ਹੈ। ਅਸੀਂ ਗੁਰ ਪਰਮੇਸ਼ਰ ਸ਼ਬਦ ਪੜ੍ਹਨੇ ਆ। ਮਹਾਰਾਜ ਜੀ ਦੇ ਅੰਮ੍ਰਿਤ ਬੋਲ ਕਹਿਣ ਲੱਗੇ, ਗੁਰ ਕਰਤਾ ਗੁਰ ਕਰਨਾ ਜੋਗ, ਗੁਰ ਪਰਮੇਸ਼ਰ ਹੈ ਪੀਖੋ। ਹੁਣ ਭੱਟਾਂ ਦੇ ਜਦੋਂ ਸਵਈਏ ਪੜ੍ਹੋਗੇ ਨਾ, ਮੇਰੀ ਬੇਨਤੀ ਹੈ, ਅੰਦਰ ਦੇ ਸ਼ੰਕੇ ਨਿਕਲ ਜਾਣਗੇ। ਅਪਰੋਚ ਸਹੀ ਲੈ ਕੇ ਚੱਲੋ, ਕਿਉਂਕਿ ਕਈ ਵਾਰੀ ਬੜੀ ਮਨ ਚ ਆਉਂਦਾ ਜਪਿਓ ਜਿਨ ਅਰਜੁਨ ਦੇਵ ਗੁਰੂ ਪੜ੍ਹਨੇ, ਪਰ ਬਾਣੀ 'ਚ ਕਿਹਾ ਜਪ ਮਨ ਸਤਨਾਮ ਸਦਾ ਸਤਨਾਮ। ਇੱਥੇ ਕਿਹਾ ਗੁਰੂ ਅਰਜੁਨ ਦੇਵ ਨੂੰ ਜਪੋ, ਬਾਣੀ 'ਚ ਕਿਹਾ ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ। ਸੁਣੋ ਇਸ ਬੇਨਤੀ ਨੂੰ। ਸਾਡੀ ਇੱਕ ਸਾਖੀ ਹੈ ਜੀ, ਪੁਰਾਤਨ ਜਨਮ ਸਾਖੀ। ਹੁਣ ਜਨਮ ਸਾਖੀਆਂ ਨਹੀਂ ਪੜ੍ਹੀਆਂ ਜਾਂਦੀਆਂ। ਬਜ਼ੁਰਗ ਬੈਠੇ ਨੇ, ਪਹਿਲਾਂ ਘਰਾਂ 'ਚ ਰਾਤ ਨੂੰ ਸੌਣ ਲੱਗਿਆਂ ਜਨਮ ਸਾਖੀ, ਇੱਕ ਸਾਖੀ ਜ਼ਰੂਰ ਘਰਾਂ 'ਚ ਪੜ੍ਹੀ ਜਾਂਦੀ ਸੀ। ਸਾਡੇ 'ਚ ਘਰ 'ਚ ਸਾਡੀ ਭੂਆ ਸੀ, ਉਹ ਪੜ੍ਹਦੀ ਹੁੰਦੀ। ਅਸੀਂ ਰਾਤ ਨੂੰ ਸੌਣ ਲੱਗਿਆਂ ਉਹ ਜਨਮ ਸਾਖੀ ਸੁਣਨੀ ਤੇ ਅੱਗੇ ਅਖੀਰ ਤੇ ਜਦੋਂ ਆਉਣਾ, ਬੋਲੋ ਭਾਈ ਸਤ ਕਰਤਾਰ। ਉਹ ਸ਼ਬਦ ਭੁੱਲਦੇ ਨੇ, ਪਰ ਅੱਜ ਤਾਂ ਨਹੀਂ, ਕਿਉਂਕਿ ਅਸੀਂ ਸਾਹਿਤ ਨੂੰ ਵਾਚਨ ਦੀ, ਠੀਕ ਹੈ ਜਨਮ ਸਾਖੀਆਂ 'ਚ ਮਿਲਾਵਟ ਕੋਈ ਸ਼ੱਕ ਨਹੀਂ, ਪਰ ਅਸੀਂ ਸ਼ਬਦ ਦੀ ਰੋਸ਼ਨੀ 'ਚ ਉਹਨਾਂ ਨੂੰ ਭੁੱਲੀਏ ਨਾ। ਸਾਖੀ ਦਾ ਅਰਥ ਹੈ ਗਵਾਹੀ। ਫਿਰ ਬੇਨਤੀ ਸੁਣੋ, ਹੁਣ ਜਿਹੜੀ ਜਨਮ ਸਾਖੀ ਪੁਰਾਤਨ ਹੈ, ਉਹਦੇ 'ਚ ਵਹੀਂ ਵਾਲਾ ਪ੍ਰਸੰਗ ਦਿੱਤਾ ਹੈ ਬਾਬਾ ਜੀ ਦਾ, ਜਿਹੜਾ ਸੁਲਤਾਨਪੁਰ ਵਾਪਰਿਆ। ਮੈਂ ਸਿਰਫ ਇੱਕ ਬੇਨਤੀ ਕਰਨੀ, 3 ਦਿਨਾਂ ਦੀ ਗੱਲ ਕੀਤੀ ਗਈ ਉੱਥੇ। ਚਲੋ ਅੱਜ ਦਾ ਵਿਦਵਾਨ ਤਾਂ ਜ਼ਿਆਦਾਤਰ ਇਹ ਕਹਿਣ ਲੱਗ ਪਿਆ ਕਿ ਬਾਬਾ ਜੀ ਪਰਾਂ ਚਲੇ ਗਏ ਸਨ ਜੀ, ਵਹੀਂ ਪਾਰ ਕਰ ਗਏ ਤੇ ਸਲਾਹ ਕਰਨ ਲੱਗ ਪਏ ਦੁਨੀਆ ਦਾ ਕਿਵੇਂ ਪਾਰ ਉਤਾਰਾ ਕਰਨਾ। ਚੇਤੇ ਰੱਖਿਓ, ਸਲਾਹ ਦੁਨੀਆਦਾਰ ਕਰਦੇ ਨੇ, ਗੁਰੂ ਨੂੰ ਸਲਾਹ ਦੀ ਲੋੜ ਨਹੀਂ। ਗੁਰੂ ਸਮਰੱਥ ਹੈ। ਗੁਰੂ ਨੇ ਕਿਹਨੂੰ ਮਸ਼ਵਰਾ ਕਰਨਾ? ਪਰਮਾਤਮਾ ਕਦੀ ਮਸ਼ਵਰਾ ਕਰਦਾ? ਮਹਾਰਾਜ ਕਹਿੰਦੇ ਜੇ ਰੱਬ ਸਾਡੀਆਂ ਸਲਾਹਾਂ ਲੈਣ ਲੱਗ ਪਏ, ਅਸੀਂ ਤਾਂ ਸਾਰੇ ਪਿੰਡ ਨੂੰ ਮਾਰ ਦਈਏ ਕਿ ਰੋਟੀ ਮੈਨੂੰ ਦੇਈ, ਮੈਂ ਤੈਨੂੰ ਸਲਾਹ ਦੇਣਾ, ਦੂਜੇ ਘਰ ਕਣਕ ਨਹੀਂ ਪੱਕਣੀ ਚਾਹੀਦੀ। ਮਹਾਰਾਜ ਕਹਿੰਦੇ ਨੇ ਇਸ ਕਾ ਹਾਥ ਹੋਏ ਤਾਂ ਸਭ ਕਿਛ ਲੈ। ਪਰਮਾਤਮਾ ਕਿਸੇ ਦੀ ਸਲਾਹ ਨਹੀਂ ਲੈਂਦਾ। ਬੀਓ ਪੂਛਣਾ ਮਸਲਤ ਧਰੈ, ਜੋ ਕੁਛ ਕਰੈ ਸੋ ਆਪੇ ਕਰੈ। ਸੱਚੀ ਗੱਲ, ਉਹ ਡਿਕਟੇਟਰ ਇਹ ਸਿੱਧੇ ਸ਼ਬਦ ਵਰਤਾ, ਉਹ ਕਹਿੰਦਾ ਨਾ ਕਿਸੇ ਦੀ ਸਲਾਹ ਨਹੀਂ, ਮੈਂ ਆਪਣੇ ਫੈਸਲੇ ਆਪ ਕਰਾਂਗਾ। ਇਸੇ ਨੂੰ ਬਾਣੀ 'ਚ ਇੱਕ ਸ਼ਬਦ ਵਰਤਿਆ, ਨਿਜਪਤ ਦਾਤਾ। ਉਹਨੂੰ ਕਿਸੇ ਦੀ ਪ੍ਰਵਾਨਗੀ ਦੀ ਲੋੜ ਨਹੀਂ, ਉਹ ਆਪਣਾ ਮਾਲਕ ਆਪ ਹੈ। ਹੁਣ ਇਹ ਕਹੀਏ ਜੀ ਸਲਾਹ ਕਰਨ ਲੱਗ ਪਏ, ਕਿਉਂਕਿ ਅਸੀਂ ਨਾ ਗੁਰੂ ਨੂੰ ਮੰਨਨੇ ਵੀ ਆ ਉੱਤੋਂ ਗੁਰੂ, ਪਰ ਜਦੋਂ ਦੀ ਪਾਰ ਬ੍ਰਹਮ ਪਰਮੇਸ਼ਵਰ ਦੀ ਖੇਡ ਵਰਤਦੀ, ਅਸੀਂ ਫਿਰ ਦੁਨੀਆਦਾਰ ਬਣ ਜਾਂਦੇ ਹਾਂ, ਕਿਉਂਕਿ ਸਾਡੀ ਖੋਪੜੀ 'ਚ ਦੂਜਾ ਗਿਆਨ ਪਿਆ। ਮੈਂ ਕਹਿੰਦਾ ਅਗਿਆਨੀ ਬੰਦੇ ਨਾਲੋਂ ਖਤਰਨਾਕ ਜਿਹੜਾ ਅਧੂਰਾ ਗਿਆਨੀ, ਬੜਾ ਨੁਕਸਾਨ ਕਰੇਗਾ। ਅਗਿਆਨੀ ਤੋਂ ਚਲਾ ਪਤਾ ਹੀ ਨਹੀਂ, ਉਹਨੇ ਤੇ ਕਹਿ ਦਿੱਤਾ ਖਹਿੜਾ ਛੱਡੋ, ਮੈਨੂੰ ਕੋਈ ਪਤਾ ਨਹੀਂ। ਜਿਹੜਾ ਅਧੂਰਾ ਗਿਆਨੀ ਹੈ, ਕੱਚ ਗਿਆਨੀ ਹੈ, ਉਹ ਸੱਚੀ ਗੱਲ ਜੇ ਬੜਾ ਨੁਕਸਾਨ ਕਰਦਾ, ਲੋਕਾਂ ਦੀ ਅੰਦਰ ਦੀ ਸ਼ਰਧਾ ਨੂੰ ਪੀ ਕੇ ਰੱਖ ਦਿੰਦਾ। ਹੁਣ ਉੱਥੇ ਜਨਮ ਸਾਖੀ 'ਚ ਮੈਨੂੰ ਬੜੀ ਗੱਲ ਚੰਗੀ ਲੱਗੀ। ਭਾਈ ਸਾਹਿਬ ਨੇ ਕਿਹਾ ਕਿ ਬਾਬਾ ਪੈਦਾ ਸੱਚਖੰਡ ਨੌਨਿੰਦ ਗੁਨਾਮ ਗਰੀਬੀ ਪਾਈ। ਗੁਰੂ ਨਾਨਕ ਸਾਹਿਬ ਨੂੰ ਪੁੱਛੋ, ਕਹਿੰਦੇ ਖਾਓ ਢਾਡੀ ਵੇਕਾਰ ਕਰੈ ਲਾਇਆ, ਰਾਤ ਦਿਆਂ ਕਾ ਵਾਰ ਧੁਰੋਂ ਪੁਰਮਾਇਆ। ਧੁਰੋਂ ਦੇ ਅਰਥ ਕੀ ਹੋਣਗੇ? ਮਹਾਰਾਜ 3 ਦਿਨ ਬਈ 'ਚ ਰਹਿੰਦੇ ਨੇ। ਸ਼੍ਰੀਮਾਨ ਭਾਈ ਵੀਰ ਸਿੰਘ ਉਹਨਾਂ ਨੇ ਸਭ ਤੋਂ ਪਹਿਲਾਂ ਐਡਿਟ ਕੀਤੀ, ਉਹਦੇ 'ਚੋਂ ਬੜੀ ਸੋਹਣੀ ਗੱਲ ਹੈ। ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਨੇ, ਦੇਖੋ ਪਾਰ ਬ੍ਰਹਮ ਪਰਮੇਸ਼ਵਰ ਨੇ। ਮੈਂ ਪੰਜਾਬੀ ਸਿੱਧੇ ਸ਼ਬਦ ਵਰਤਣਾ, ਕਿਉਂਕਿ ਜਨਮ ਸਾਖੀ ਦੀ ਸ਼ਬਦਾਵਲੀ ਆਪਣੀ ਹੈ ਜੀ। ਕਹਿੰਦੇ ਪਾਰ ਬ੍ਰਹਮ ਪਰਮੇਸ਼ਵਰ ਨੇ ਕਿਹਾ, ਨਾਨਕ ਆ ਨਾਮ ਅੰਮ੍ਰਿਤ ਦਾ ਪਿਆਲਾ ਆਪ ਪੀਓ, ਲੋਕਾਂ ਤਾਈਂ ਪਿਆਲ। ਨਾਮ ਇਸ਼ਨਾਨ ਦਾਨ ਦ੍ਰਿੜ ਕਰਾ, ਸੰਸਾਰ ਥੀ ਨਿਰਲੇਪ ਰਹੋ। ਆਪ ਨਾਮ ਜਪ ਲੋਕਾਂ ਤਾਈਂ ਜਪਾ। ਨਾਲ ਸ਼ਬਦ ਕਿਆ ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ। ਤੇ ਜਨਮ ਸਾਖੀ ਵਾਲਾ ਕਹਿੰਦਾ ਤਬ ਬਾਬਾ ਬੋਲਿਆ ਕਿ ਕੋਟ ਕੋਟੀ ਮੇਰੀ ਆਰਜਾ, ਪਵਨ ਪੀਣ ਅਪਿਆਓ, ਚੰਦ ਸੂਰਜ ਦੋ ਗੁਫੈ ਨਾ ਦੇਖਾਂ, ਸੁਪਨਾ ਸੌਣ ਨਾ ਥਾਉ, ਵੀ ਤੇਰੀ ਕੀਮਤ ਨਾ ਪਵੈ ਖੋਂ ਕੇਵੜ ਆਖਾਂ ਨਾ। ਅਗਲੇ ਸ਼ਬਦ ਧਿਆਨ ਨਾਲ ਸੁਣਿਓ।
ਕਹਿੰਦੇ ਨੇ ਫਿਰ ਪਰਮਾਤਮਾ ਪਾਰ ਬ੍ਰਹਮ ਪਰਮੇਸ਼ਵਰ ਦੀ ਦਰਗਾਹ 'ਚੋਂ ਆਵਾਜ਼ ਆਈ। ਹੁਣ ਅਸੀਂ ਇਹ ਵੀ ਨਹੀਂ ਮੰਨਦੇ ਦਰਗਾਹ ਹੁੰਦੀ ਹੈ ਕਿ ਨਹੀਂ। ਮੈਂ ਕਹਿੰਦਾ ਰੋਜ਼ ਸਿੱਖਾ ਤੂੰ ਸ਼ਬਦ ਪੜ੍ਹਨਾ, ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸੰਭਾਲੇ। ਵਾਹਿਗੁਰੂ ਤੇਰਾ ਬੂਹਾ ਤੇਰਾ ਘਰ ਕੀ ਹੋ ਜਾ ਓਏ, ਜਿੱਥੇ ਬੈਠਾ ਚੰਗਿਆਂ ਮੰਦਿਆਂ ਸਾਰਿਆਂ ਨੂੰ ਸਾਂਭੀ ਜਾਂਦਾ, ਕਦੀ ਥੱਕਦਾ ਵੀ ਨਹੀਂ, ਕਦੀ ਅੱਕਦਾ ਵੀ ਨਹੀਂ, ਕਲਪਦਾ ਵੀ ਨਹੀਂ। ਉਹ ਕਿਹੋ ਜਿਹਾ ਦਰ ਹੈ। ਫਿਰ ਮੈਂ ਬੇਨਤੀ ਕਰਾਂ, ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਲਈ ਸ਼ਬਦ ਕਿਹਾ ਭੀ ਤੇਰੀ ਕੀਮਤ ਨਾ ਪਵੇ ਹਉ ਕੇਵਡ ਆਖਾਂ ਨਾ। ਕਹਿੰਦੇ ਫਿਰ ਆਵਾਜ਼ ਆਈ ਨਾਨਕ ਮੇਰਾ ਹੁਕਮ ਤੇਰੀ ਨਦਰੀ ਆਇਆ। ਸੁਣੋ ਅਗਲੇ 3 ਲਫ਼ਜ਼ ਸੁਣ ਵਾਲੇ ਨੇ 3 ਸਤਰਾਂ। ਪਹਿਲਾ ਹੈ ਨਾਨਕ ਜਿਸ ਉਪਰ ਤੇਰੀ ਨਦਰ ਤਿਸ ਉਪਰ ਮੇਰੀ ਨਦਰ। ਸਤਿਗੁਰ ਵਿੱਚ ਆਪ ਰੱਖਿਓਨ, ਉਹਨੇ ਆਪਣਾ ਆਪ ਟਿਕਾ ਦਿੱਤਾ ਸਤਿਗੁਰੂ 'ਚ। ਫਿਰ ਪਹਿਲੀ ਤੁਕ ਹੈ ਜਿਸ ਉਪਰ ਤੇਰੀ ਨਦਰ ਤਿਸ ਉਪਰ ਮੇਰੀ ਨਦਰ। ਹਾਲਾਂਕਿ ਸ਼ਬਦ ਬੜਾ ਸੌਖਾ ਹੈ, ਫਾਰਸੀ 'ਚ ਨਜ਼ਰ ਸ਼ਬਦ ਹੈ ਨਾ ਜੀ, ਅਰਥ ਅਸੀਂ ਕਰਾਂਗੇ ਨਜ਼ਰ ਕੀ ਬਖਸ਼ਿਸ਼। ਜਿਸ ਉਪਰ ਨਾਨਕ ਜੀ ਤੁਹਾਡੀ ਨਜ਼ਰ ਹੋ ਗਈ, ਪਾਰ ਬ੍ਰਹਮ ਪਰਮੇਸ਼ਰ ਕਹਿੰਦੇ ਨੇ ਉਸ ਉਪਰ ਮੇਰੀ ਨਜ਼ਰ ਹੋ ਗਈ। ਦੂਜਾ ਸ਼ਬਦ ਜਿਸ ਉਪਰ ਤੇਰਾ ਕਰਮ, ਕਰਮ ਦਾ ਅਰਥ ਵੀ ਬਖਸ਼ਿਸ਼। ਜਿਸ ਉਪਰ ਤੇਰਾ ਕਰਮ ਤਿਸ ਉਪਰ ਮੇਰਾ ਕਰਮ, ਉਹਦੇ ਤੇ ਮੇਰੀ ਬਖਸ਼ਿਸ਼। ਹੁਣ ਇਸ ਆਸਥਾ ਨੂੰ ਲੈ ਕੇ ਚੱਲੋ, ਫਿਰ ਧੰਨ ਗੁਰੂ ਨਾਨਕ ਸਾਹਿਬ ਬੋਲੋਗੇ ਤੇ ਪਾਰ ਬ੍ਰਹਮ ਦਾ ਜਾਪ ਹੋ ਜਾਏਗਾ। ਇਸ ਆਸਥਾ ਨੂੰ ਲੈ ਕੇ ਜਪਿਓ ਜਿਨ ਅਰਜੁਨ ਦੇਵ ਗੁਰੂ ਕਹੋਗੇ ਤੇ ਜਪੋ ਤਾਂ ਇੱਕੋ ਨਾਮਾਂ ਦਾ ਪਾਠ ਹੋ ਜਾਏਗਾ। ਮੇਰਾ ਨਾਮ ਪਾਰ ਬ੍ਰਹਮ ਪਰਮੇਸ਼ਰ, ਤੇਰਾ ਨਾਮ ਗੁਰ ਪਰਮੇਸ਼ਰ। ਮੈਂ ਬੇਨਤੀ ਕਰਾਂਗਾ, ਅਸਲ 'ਚ ਪਾਰ ਬ੍ਰਹਮ ਪਰਮੇਸ਼ਵਰ ਨੇ ਆਪਣੇ ਆਪ ਨੂੰ ਪ੍ਰਗਟ ਹੀ ਗੁਰ ਪਰਮੇਸ਼ਰ 'ਚ ਕੀਤਾ। ਜਦੋਂ ਜੇ ਸਹਿਜ ਪਾਠ ਜਿਹੜੇ ਕਰਦੇ ਨੇ ਕਾਪੀ ਲੈ ਕੇ ਨੋਟ ਕਰਿਓ, ਜਿੱਥੇ ਗੁਰ ਪਰਮੇਸ਼ਰ ਆਏਗਾ ਤੁਕਾਂ ਧਿਆਨ ਨਾਲ ਪੜਿਓ। ਪਾਰ ਬ੍ਰਹਮ ਪਰਮੇਸ਼ਰ ਗੁਰ ਪਰਮੇਸ਼ਰ 'ਚ ਵਰਤਿਆ। ਫਿਰ ਜਦੋਂ ਗੁਰ ਪਰਮੇਸ਼ਵਰ 'ਚੋਂ ਪਾਰ ਬ੍ਰਹਮ ਪਰਮੇਸ਼ਰ ਦੀ ਝਲਕ ਪਈ, ਭੱਟਾਂ ਨੇ ਗੁਰੂ ਸਾਹਿਬਾਨਾਂ ਨੇ ਉੱਚੀ ਪੁਕਾਰ ਕੇ ਕਿਹਾ, ਦੁਨੀਆ ਦੇ ਲੋਗੋ ਕਿ ਗੁਰੂ ਰਾਮਦਾਸ ਦੀ ਬੋਡੀ ਨੂੰ ਦੇਹ ਮਤ ਸਮਝੋ, ਇਹਦੇ ਵਿੱਚ ਰੱਬ ਪ੍ਰਗਟ ਹੋ ਗਿਆ। ਆਓ ਕੁਝ ਅਸੀਂ ਪ੍ਰਮਾਣ ਲੈ ਲੈਨੇ। ਬਾਣੀ 'ਚ ਇੱਕ ਤਾਂ ਸੀ ਲਿਆ ਕਿ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਜਦੋਂ ਤੁਸੀਂ ਗੁਰੂ ਨਾਨਕ ਸਾਹਿਬ ਦੀ ਸਵਈਆਂ ਪੜ੍ਹੋਗੇ, ਉਹਨਾਂ ਦੀ ਉਸਤ 'ਚ ਗੁਰੂ ਅਰਜੁਨ ਦੇਵ ਕਹਿੰਦੇ ਨੇ ਬਲਿਓ ਚਿਰਾਗ ਅੰਧਿਆਰ ਮੈਂ ਖਨੇਰੇ 'ਚ ਇੱਕ ਦੀਵਾ ਬਲਿਆ ਹੈ, ਸਭ ਕਲ ਉਦਰੀ ਇੱਕ ਨਾਮ ਧਰਮ, ਇੱਕ ਨਾਮ ਧਰਮ। ਆਹ ਹੈ ਗੁਰੂ ਨਾਨਕ ਸਾਹਿਬ ਦਾ ਧਰਮ, ਇੱਕ ਨਾਮ ਧਰਮ। ਪ੍ਰਗਟ ਸਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਸਤਿਗੁਰ ਵਿੱਚ ਆਪ ਰੱਖੇ ਹੁਣ ਜਨ ਨਾਨਕ ਗੁਰ ਪਾਰ ਬ੍ਰਹਮ, ਉਹਦੇ 'ਚ ਪ੍ਰਭੂ। ਜਦੋਂ ਅਸੀਂ ਭੱਟਾਂ ਨੂੰ ਪੜ੍ਹਨੇ, ਇਹਦੇ ਵਿੱਚ ਉਹਨਾਂ ਦਾ ਬਚਨ ਇੱਕ ਆਉਂਦਾ, ਉਹ ਕਹਿੰਦੇ ਸਤਿਯੁਗ ਤੈ ਮਾਣਿਓ ਛਲਿਓ ਬਲਬਾਵਨ ਭਾਇਓ, ਤੂੰ ਹੀ ਉਹ ਕਿਰਪਾ ਵਰਤਾਰਿਆ ਪ੍ਰਭੂ। ਤ੍ਰੇਤੈ ਤੈ ਮਾਣਿਓ ਰਾਮ ਰਗਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਤ ਕੀਓ, ਉਗਰ ਸੈਨ ਕੋ ਰਾਜ ਅਬੈ ਭਗਤੈ ਜਨ ਦਿਓ। ਅਗਲੀ ਗੱਲ, ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ, ਸ਼੍ਰੀ ਗੁਰੂ ਰਾਜ ਅਬ ਚਲ ਅਟਲ ਆਦ ਪੁਰਖ ਫਰਮਾਇਓ। ਆਦ ਪੁਰਖ ਨੇ ਕਿਹਾ ਨਾਨਕ ਤੇਰਾ ਰਾਜ ਜੁਗੋ ਜੁਗ ਅਟਲ ਹੈ, ਤੇਰੇ ਰਾਜ ਵਿੱਚ ਮੈਂ ਆਪ ਵਰਤਾਂਗਾ। ਗੁਰ ਪਰਮੇਸ਼ਰ ਹੈ। ਮੈਂ ਇਹ ਗੱਲ ਤੇ ਜ਼ੋਰ ਦੇ ਰਿਹਾ, ਮੇਰੀ ਬੇਨਤੀ ਨੂੰ ਜ਼ਰੂਰ ਪਕੜ 'ਚ ਲਿਆਇਓ। ਉਸ ਤੋਂ ਬਾਅਦ ਗੁਰੂ ਅਰਜੁਨ ਸਾਹਿਬ ਨੂੰ ਪੁੱਛੋ, ਉਹ ਬਚਨ ਕਰਦੇ ਜੇ ਜਨ ਨਾਨਕ ਭਗਤ ਦਰ ਤੁਲ ਬ੍ਰਹਮ ਸਮਸਰ। ਗੁਰੂ ਨਾਨਕ ਸਾਹਿਬ ਪਰਮਾਤਮਾ ਦੇ ਦਰ ਤੇ ਪ੍ਰਮਾਣਿਕ ਹੋਏ। ਪਿਆਰਿਓ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਅੰਦਰ ਦੀ ਭੁੱਖ ਲੈ ਜਾਂਦੀ ਹੈ। ਅਸੀਂ ਤਾਂ ਲਫ਼ਜ਼ ਦੀ ਕਦਰ ਹੀ ਨਾ ਜਾਣੀ। ਤੁਸੀਂ 6 ਗੁਰੂ ਸਾਹਿਬਾਨਾਂ ਦੀ ਬਾਣੀ ਪੜ੍ਹਦੇ ਹੋ, ਗੁਰੂ ਗ੍ਰੰਥ ਸਾਹਿਬ 'ਚ ਗੁਰੂ ਨਾਨਕ ਸਾਹਿਬ ਦੇ ਸਮੇਤ ਨਾ ਜੀ, ਗੁਰੂ ਅਰਜੁਨ ਦੇਵ ਜੀ ਤੱਕ 5 ਤੇ ਤੇਗ ਬਹਾਦਰ ਸਤਿਗੁਰੂ ਸੱਚੇ ਪਾਤਸ਼ਾਹ 6। ਤੁਸੀਂ ਦੱਸੋ, ਗੁਰੂ ਅੰਗਦ ਦੇਵ ਤੋਂ ਲੈ ਕੇ ਗੁਰੂ ਤੇਗ ਬਹਾਦਰ ਤੱਕ 5 ਪਾਤਸ਼ਾਹੀਆਂ ਦੇ ਬੋਲ ਨੇ। ਕਿਸੇ ਗੁਰੂ ਸਾਹਿਬ ਨੇ ਬਾਣੀ 'ਚ ਆਪਣਾ ਨਾਮ ਵਰਤਿਆ? 63 ਸ਼ਲੋਕ ਨੇ ਗੁਰੂ ਅੰਗਦ ਦੇਵ ਜੀ ਦੇ, ਕਿਤੇ 63 ਸ਼ਲੋਕਾਂ 'ਚ ਮੈਨੂੰ ਅੰਗਦ ਲਫ਼ਜ਼ ਦਿਖਾ ਦਿਓ। 17 ਰਾਗਾਂ 'ਚ ਬਾਣੀ ਹੈ ਗੁਰੂ ਅਮਰਦਾਸ ਦੀ, ਕਿਸੇ ਸ਼ਲੋਕ ਕਿਸੇ ਬਾਣੀ 'ਚ ਗੁਰੂ ਅਮਰਦਾਸ ਨੇ ਆਪਣਾ ਨਾਮ ਵਰਤਿਆ ਹੋਵੇ। 30 ਰਾਗਾਂ 'ਚ ਬਾਣੀ ਹੈ ਗੁਰੂ ਰਾਮਦਾਸ ਤੇ ਗੁਰੂ ਅਰਜੁਨ ਦੇਵ ਦੀ 30 ਰਾਗਾਂ 'ਚ। ਮੈਨੂੰ ਸਾਰੀ ਬਾਣੀ ਤੁਸੀਂ ਸੂਝਵਾਨ ਬੈਠੇ ਹੋ, ਕਿਤੇ ਗੁਰੂ ਰਾਮਦਾਸ ਨੇ ਆਪਣਾ ਨਾਮ ਵਰਤੇ, ਗੁਰੂ ਅਰਜੁਨ ਦੇਵ ਨੇ ਵਰਤੇ?
हाँ भट्टा ने ते सत्ता बलवंत साहब ने गल की। गुरु तेग बहादुर की 15 रागां च 59 शब्द ते 57 शलोक ने वखरे। मैनू दसो किते गुरु तेग बहादुर ना है? समझो क्यों। गुरु अंगद देव कहते ने जन नानक, गुरु अमरदास कहते ने जन नानक, गुरु रामदास कहते ने परणवत नानक, गुरु अर्जुन देव कहते दासम दास नानक, गुरु तेग बहादुर जी कहते ने जन नानक कहो। क्यों? क्योंकि गुरु साहब अपनी उस देह का नाम बिल्कुल नहीं लिया। कह लगे जिथे गुरु नानक गुर परमेश्वर आ जाए बाकी दे नाम की लोड़ ही नहीं। बड़ी वड्डी गल है। तुसी धन गुरु नानक साहब कहो तो पाप कट्टे जाणगे। शरदा नाल किते नाम लईए। मैं एक दिन अर्ज की सी, सेवा पंथी महापुरुष ना जी भाई कन्हैया साहब की संप्रदा ना, वो धान छड्डदे पए सन, चौल कढ़दे पए सन, ते वो नाले उखली च पा के दाने, शायद हो सकता है आसा की वार विच रिपीट हो रही होवे, मैनूं बख्श दिया जी सुनने वाले। वो सोटे नाल जदों मारन ते नाल कई जन धन गुरु नानक साहब, धन गुरु नानक साहब, धन गुरु नानक साहब। सोटे मारन नाले धन गुरु नानक साहब। उतों किते बदंती लंघ गया कोई, उन्हें कहा जे साधना च मुक्त नहीं होगा। वो अपनी बिरती ना कर ला पाया, जे साधना कर रहे धन गुरु नानक साहब वो कोल खलो के कहता है कि अजे तुसी मुक्त नहीं होने वाली अवस्था च पहुंचे। तुसी धन गुरु नानक साहब कह रहे हो, अजे तो साधना कर रहे हो, सिद्धता किदन मिलेगी? तो समझ गया मेरी गल ना? अजे तो साधना कर रहे हो। धन गुरु नानक साहब वार वार कही जा, मेरी गल सुनो, तुहाडी अजे साधना मेरे तो पुछो, मैं अगे कोई दसांगा मुक्त किवें होना है। कहते वो छट्टदियां होया चौल उन्हें सोटा रख के क्या कहन लगे, ढाठे खूज पवे तेरी मुक्ति। मैनू धन गुरु नानक साहब कहते ये ही सब कुछ आ जाता। किड्डा वड्डी आस्था होगी। गुर परमेश्वर तो बिना घट गल ना करो गुरमुखो। भाई नंद लाल साहब नूं पुछो, वो गुरु गोबिंद सिंह नूं कला कलगियां वाला सी, यही कहने कलगियां वाला, सरबंद दवानी, जरनैल, महान, सारे शब्द वरतने। उन्होंने पुछ के देखो, कहते हर कार दा करता गुरु गोबिंद सिंह है। कादरे हरकार गुरु गोबिंद सिंह। कादिर आ बनाने वाला, कार दा अर्थ किरत। वो कहते गुरु परमेश्वर है। असी बस स्टेजां ते बह गए, मैनू बख्श दिओ, निंदिया नहीं कर लगा, असी गुरु दा अपमान ही करी जाने। एडा वड्डा गुरु मिलिया, असी उन्होंने अपनी तरीके नाल व्याख्या करीए। कादरे हरकार गुरु गोबिंद सिंह, बेकसारा यार गुरु गोबिंद सिंह। गुरु ग्रंथ साहिब विच जदों भट्टा ने गुरु विचों गुर परमेश्वर की झलक देखी, फिर उन्हें उच्ची पुकार के कहा, धन धन रामदास गुर जिन सिरिया तिन्हें सवारिया। मैं इस तुक ते ज्यादा रोकिया वा, सतगुर विच आप रखियोन जिन सिरिया तिन्हें सवारिया। पूरी होई करामात अगे की जी आप, सतगुर विच आप रखियोन। आप सिरजनहार है धारिया। सिखा ने फिर की किया, कहन लगे सिखी अतै संगति पार ब्रह्म कर नमस्कारिया, क्योंकि सतगुर विच आप रखियोन। भट्टां दे एक बचन है, तू सतगुर चौं जुगी आप आपे परमेश्वर। हे सतगुरु तू चौं जुगां विच आप ही परमात्मा है, परमेश्वर है। इथों तक क्या परतख दे पार ब्रह्म स्वामी आद रूप पोखण भरनंग। ये सवैये पढ़ के अर्थ किसे विद्वान नूं पढ़ो, अर्थ यही करते हैं, हे मेरे गुरु साहब गुरु नानक साहब की जोत, तू आद रूप पार ब्रह्म परमेश्वर है जिहड़ा सब नूं रोजी ते रिजिक देण वाला है। हुण इदों वध सानूं प्रमाण की चाहिए? मैं थोड़े जिहे प्रमाण ले, पाठ करोगे बहुत कुछ विच गुरु ग्रंथ साहब दे खजाना पिया। गुर परमेश्वर तू सतगुरु चौं जुगी आप आपे परमेश्वर, परतख दे पार ब्रह्म स्वामी आद रूप पोखण भरनंग। इथों तक बचन कीते ने, सतगुरु देओ परतखर मूरत। गुरु तो रब की साखयात मूरत है। जे इस शरदा नूं लैके चलोगे फिर सच्ची गल गुरु मुक्त करता है। जे साडी दुविधा च ही पए हैं जी, मैं बेनती करा जिहड़ा अज दा पवित्र बोल है, इहदे विच गुरु नानक साहब कहंदे ने, शरा दे झगड़े पाण वालिओ, आपस विच बैसन वालिओ, पार ब्रह्म परमेश्वर ने गुर परमेश्वर सतगुरु भेजिया। इस पवित्र बचन नूं बिन सतगुर किन्है ना पायो। सतगुरु तो बिना किसे नहीं पाया प्रभु नूं, क्योंकि उस दे दर दा बूहा ही गुरु राही खुलदा है, होर कोई तरीका ही नहीं।
सतगुरुआं ने बचन भी कीते, अंदर दा दरवाजा भी गुरु दी कुंजी ना खोलदा, होर किसे दी नाल नहीं। गुर कुंजी पाहू निवल, गुरु ग्रंथ साहिब श्लोक है जी। गुरु कोल चाबी है, की है, कुंजी है। ताला लगा माया दी पाद अंदर, अंदर खजाना पिया, बंदा भुखा बैठा जे बेचारा, क्योंकि ताले खोलन दी जाच कोई नहीं। प्यारिओ, जदों किते ताले गवाच जान खजानियां दे, उदों बंदे भिखारी भी बन जाते होंदे। चाबी ना होवे खोलन दे लई, तजौरी है पर चाबी कोई नहीं, अंदर भरिया पिया खजाने नाल पर चाबी कोई नहीं। सतगुरु कोल कुंजी है शब्द दी, गुर कुंजी पाहू निवल, मन कोठा तन छत, नानक गुर बिन मन का ताक ना उगड़ै, अवर ना कुंजी खात। नानक गुर बिन मन का ताक ना उगड़ै, बिन सतगुरु किनै ना पायो। गुरु तो बिना नहीं। गुरु ग्रंथ साहिब च भट्टां दे बोल ने, गुर बिन घोर अंधार, गुरु बिन समझ ना आवे, किसे नहीं पाया गुरु तो बिना। गुर बिन घोर अंधार, गुरु बिन समझ ना आवे, गुर बिन सुरत ना सिद्ध, गुरु बिन मुक्त ना पावे। गुरु तो बिना नहीं मुक्ति मिलनी। गुर कर सच विचार, गुरु कर रे मन मेरे, गुर कर शब्द सपुन, जिहड़ा शब्द दा धनी है गुरु, बोलां दा धनी है गुरु। गुर कर शब्द सपुन, अगन कटै सब तेरे, गुर नैन बैन गुर गुर करो, गुरु सत कब नल कहे, जिन गुरु ने देखियो न कियो, ते अकियात संसार में बिन सतगुरु किनै ना पायो। सतगुरु तो बिना ओदी प्राप्ति नहीं। मतां कोई भुलेखे विच पै जाए, सतगुरु बख्शिश करते हैं। गुरु अमरदास ने तो फैसला कर दिता जी, क्योंकि उन्होंने जिंदगी का तजर्बा बड़ा वड्डा है। कई साल वो तीर्थ इशनान करते रहे, पर अखीर ते उन्हें आनंद साहिब विच बोल क्या सिखो, लोकाई दे लोगो अज सुन लो, 50 जन्मां बाद सुन लियो। अज सुन लो, कई जूना भटक के सुन लियो। रब उन्होंने ही मिलता है जिन्होंने सतगुरु शब्द सुनाता है। जे को गुर ते वेमुख होवे, बिन सतगुरु मुक्त ना पावे, बिन सतगुरु किनै ना पायो। जे को गुर ते वेमुख होवे, बिन सतगुरु मुक्त ना पावे, पावे मुक्त ना होर थां कोई रस्ता चारा ही कोई नहीं, क्योंकि पार ब्रह्म परमेश्वर नाल सतगुरु मिला सकदा। पावे मुक्त ना होर थां कोई, पुछो बबेकियां, बबेकियां दर ते ज्ञानवान। बाबा जी ने क्या भाई रे, गुर बिन ज्ञान ना होए, पुछो ब्रह्म है नारद है, वेद व्यास है कोई। किन्ने शब्द वर दिते। ब्रह्मा जी नूं पुछो, नारद जी नूं पुछो, व्यास जी नूं पुछो, वो जाके बबेकियां नूं पुछो, सारे इक्को गल कहणगे, वक्त ना अजाई गवा, जे पार ब्रह्म नूं मिलने ते गुरु दे चरण पकड़ना। बस इहदे कोल ताकत है मिलान दी। हजूर ने बचन कीते, कहन लगे भाई रे, गुर बिन ज्ञान ना होए, पुछो ब्रह्म है नारद है, वेद व्यास है कोई, पुछो बबेकियां जाए। बबेकी की कहणगे, अनेक जूनी भरम आवे, चला जा मर जाएगा, जून मिल जाएगी, भरकदा फिर किते देही मिल गई। अनेक जूनी भरम आवे, बिन सतगुरु मुक्त ना पाए, फिर मुक्त पाए लाग चरनी। सतगुरु शब्द सुनाए, सतगुरु तो बिना उसकी प्राप्ति नहीं। फिर मुक्त पाए लाग चरनी, सतगुरु शब्द सुनाए, कह नानक विचार देखो, बिन सतगुर मुक्त ना पाए, बिन सतगुर किनै ना पायो। सतगुरु तो बिना अज तक परमात्मा नूं किसे नहीं पाया। सतगुरु ने जिहड़े सच्ची गल जे मैलियां कुचैलियां नूं भी प्रवान करा दिंदे। विचोले दा अर्थ की है जी? मैं तो एक दिन अपनी अर्थ करदिआं कहा, विचोले दा अर्थ जिहड़ा विच ओला रख जांदा है। विचोले दा अर्थ जे कहीए, कई बारी विचोला तकड़ा होवे ना, तो चेते रखियो घर वस जाते होंदे ने। विचोला कमज़ोर होवे तो गल जाती रहिंदी। असी बड़े पाप कीते, बड़े कुकर्म कीते, रोज़ पाप करने आ। गुरु नानक विचोला इन्ना वड्डा है, वो विच पड़दे रख के फिर भी पार करा दिंदा, क्योंकि गुरु कोल समर्था है। गुरु, फिर सुनियो ध्यान नाल, सतगुरु कोल इन्नी ताकत है। मैं कल भी शायद एक कथा करदिआं कहा सी, परसों, जिस बंदे नूं रब भी तक देवे, गुरु नूं इन्ना अख्तियार दिता, रब दे धक्किआं नूं भी गुरु प्रवान करा दिंदा। ये किसी होर कोल ताकत नहीं। गुरु ग्रंथ साहिब विच एक शब्द है जी, कला इमोशनल ओनली नहीं,
ਉਹ ਸ਼ਬਦ ਕਹੇ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ। ਕੁਦਰਤ ਦਾ ਅਰਥ ਹੈ ਕਾਇਨਾਤ ਸ੍ਰਿਸ਼ਟੀ ਸਾਜ ਕੇ, ਆਪੇ ਉਹਨੇ ਵਿਚਾਰ ਕੀਤੀ। ਵਿਚਾਰ ਵਿੱਚ ਕੀ ਹੋਇਆ ਜੀ? ਇੱਕ ਖੋਟੇ ਬਣ ਗਏ, ਇੱਕ ਖਰੇ ਬਣ ਗਏ। ਜਦੋਂ ਪਰਖਣ ਦਾ ਸਮਾਂ ਆਇਆ, ਜਿਹੜੇ ਖਰੇ ਸਨ ਉਹ ਤਾਂ ਖਜ਼ਾਨੇ 'ਚ ਪਾ ਲਏ, ਖੋਟਿਆਂ ਨੂੰ ਕਿਹਾ ਬਾਰ-ਬਾਰ ਸੱਟ ਦੇ। ਖੋਟਿਆਂ ਨੂੰ ਥਾਂ ਨਹੀਂ। ਹੁਣ ਖੋਟਾ ਕਿੱਥੇ ਜਾਏ? ਇਹਦੇ ਭਾਵ ਅਰਥ ਮੈਂ ਕਰਨਾ। ਖੋਟੇ ਦੀ ਕਿਹੜੀ ਥਾਂ ਰਹਿ ਗਈ? ਸੱਚੀ ਦਰਗਾਹ 'ਚੋਂ ਵੀ ਧੱਕ ਦਿੱਤਾ ਗਿਆ ਤੇ ਗੁਰੂ ਘਰੋਂ ਆਵਾਜ਼ ਆਈ, ਜੇ ਪਰਮਾਤਮਾ ਨੇ ਦਰਗਾਹ ਵਿੱਚੋਂ ਬਾਹਰ ਕੱਢ ਦਿੱਤੇ, ਤੂੰ ਨਿਰਾਸ਼ ਨਾ ਹੋ। ਗੁਰੂ ਨਾਨਕ ਦੇ ਚਰਨ ਪਕੜ ਲੈ, ਜਿਹੜਾ ਸ਼ਬਦ ਦੀ ਕਿਰਪਾ ਨਾਲ ਖੋਟਿਆਂ ਨੂੰ ਵੀ ਖਰੇ ਕਰਕੇ ਪ੍ਰਵਾਨ ਕਰਾ ਦਿੰਦਾ। ਉਹਦੇ ਸ਼ਬਦ 'ਚ ਤਾਕਤ ਹੈ। ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ। ਇੱਕ ਖੋਟੇ ਇੱਕ ਖਰੇ ਆਪੇ ਪਰਖਣ ਹਾਰ। ਖਰੇ ਖਜ਼ਾਨੇ ਪਾਈਆਂ। ਦੇਖੋ ਇਹਦੇ ਅਰਥਾਂ ਦੀ ਲੋੜ ਨਹੀਂ, ਸਿੱਧੇ ਸ਼ਬਦ ਨੇ। ਖੋਟੇ ਸੁੱਟੀਆਂ ਬਾਰ-ਬਾਰ, ਖੋਟੇ ਸੱਚੀ ਦਰਗਾਹ ਸੁੱਟੀਆਂ। ਕਿਸ ਆਗਾ ਕਰਾਂ ਪੁਕਾਰ, ਕਿੱਥੇ ਜਾਣ? ਮਹਾਰਾਜ ਕਹਿੰਦੇ ਫਿਰ ਗੁਰ ਪਰਮੇਸ਼ਰ ਕੋਲ ਚਲੇ ਜਾ। ਸਤਿਗੁਰੂ ਪਿੱਛਾ ਭੱਜ ਪਵੇਂ, ਇਹ ਕਰਨੀ ਸਾਰ। ਸਤਿਗੁਰੂ ਖੋਟਿਓਂ ਖਰੇ ਕਰੇ ਸ਼ਬਦ ਸਵਾਰਨ ਹਾਰ। ਗੁਰੂ ਸਮਰੱਥ ਨੇ। ਗੁਰੂ ਨਾਨਕ ਸਾਹਿਬ ਕਹਿੰਦੇ ਨੇ ਧਿਆਨ 'ਚ ਰੱਖੋ, ਗੁਰੂ ਤੋਂ ਬਿਨਾਂ ਨਹੀਂ ਪ੍ਰਭੂ ਪਾਇਆ ਜਾ ਸਕਦਾ, ਨਹੀਂ ਪਾਇਆ ਜਾ ਸਕਦਾ। ਸੱਚ ਹੈ, ਬਿਨ ਸਤਿਗੁਰੂ ਕਿਨੈ ਨਾ ਪਾਇਓ, ਬਿਨ ਸਤਿਗੁਰੂ ਕਿਨੈ ਨਾ ਪਾਇਆ। ਫਿਰ ਮਹਾਰਾਜ ਸਤਿਗੁਰੂ ਕੀ ਹੈ? ਕਹਿਣ ਲੱਗੇ ਸਤਿਗੁਰੂ ਵਿੱਚ ਆਪ ਰੱਖਿਓਨ। ਸਤਿਗੁਰੂ ਵਿੱਚ ਪ੍ਰਭੂ ਨੇ ਆਪਣੇ ਆਪ ਨੂੰ ਰੱਖਿਆ, ਆਪਣੇ ਆਪ ਨੂੰ ਟਿਕਾਇਆ। ਗੁਰੂ ਵਿੱਚ ਪਰਮੇਸ਼ਰ ਹੈ। ਸਿੱਖਾਂ ਦੀ ਆਸਥਾ ਹੈ, ਇਹ ਪਦ ਤੇ ਮਤ ਚੁੱਕੈ ਰੇ ਮਨ ਭੇਦ ਵਿਭੇਦ ਨਾ ਜਾਣ ਬਿਓ। ਪ੍ਰਤੱਛ ਹਿਰਦੈ ਗੁਰੂ ਅਰਜੁਨ ਕਹਿ ਹਰ ਪੂਰਨ ਬ੍ਰਹਮ ਨਿਵਾਸ ਲਈ। ਪੂਰਨ ਬ੍ਰਹਮ ਦਾ ਨਿਵਾਸ ਹੈ। ਸਤਿਗੁਰੂ ਵਿੱਚ ਆਪ ਰੱਖਿਓਨ। ਆਪਣੇ ਆਪ ਨੂੰ ਪ੍ਰਭੂ ਨੇ ਉਸ ਗੁਰੂ 'ਚ ਰੱਖ ਦਿੱਤਾ ਤੇ ਫਿਰ ਕੀ ਕੀਤਾ? ਕਰ ਪ੍ਰਗਟ ਆਖ ਸੁਣਾਇਆ, ਲੁਕ ਕੇ ਨਹੀਂ। ਐ ਡੰਕੇ ਦੀ ਚੋਟ ਤੇ ਆਵਾਜ਼ ਦੇ ਕੇ ਕਿਹਾ, ਦੁਨੀਆ ਦੇ ਲੋਕੋ ਦੁਹਾਈ ਜੇ ਰੱਬ ਨੂੰ ਜੇ ਦੇਖਣਾ, ਜੇ ਆਓ ਗੁਰੂ ਦੇ ਦਰਸ਼ਨ ਕਰੋ। ਗੁਰੂ ਵਿੱਚ ਰੱਬ ਬੈਠਾ ਹੈ। ਕਿਸ ਰੂਪ ਵਿੱਚ ਬੈਠਾ ਹੈ? ਜੋਤ ਰੂਪ ਵਿੱਚ ਬੈਠਾ ਹੈ, ਗਿਆਨ ਰੂਪ ਵਿੱਚ ਬੈਠਾ ਹੈ, ਚਾਨਣ ਰੂਪ ਵਿੱਚ ਬੈਠਾ ਹੈ। ਖੁਦ ਗੁਰੂ ਨਾਨਕ ਸਾਹਿਬ ਨੂੰ ਪੁੱਛੋ, ਉਹ ਕਹਿੰਦੇ ਨੇ ਮੈਂ ਨਹੀਂ ਬੋਲਦਾ, ਮੇਰੇ ਵਿੱਚ ਮੇਰਾ ਖਸਮ ਮੇਰਾ ਵੈਗਰੂ ਬੋਲਦਾ ਹੈ। ਕੀ ਆਪ ਰੱਖਿਓ ਨਹੀਂ? ਜੈਸੀ ਮੈਂ ਆਵੈ ਖਸਮ ਕੀ ਬਾਣੀ। ਖਸਮ ਆ ਰਿਹਾ ਮੇਰੇ ਅੰਦਰ, ਆਪ ਰੱਖਿਓ। ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਮਿਲਾ ਲੋ। ਖਾਓ ਆਪੋਂ ਬੋਲ ਨਾ ਜਾਣਦਾ, ਮੇਰੇ ਅੰਦਰ ਕੋਈ ਬੋਲਦਾ। ਖਾਓ ਆਪੋਂ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮ ਆਓ ਜੀ। ਕੋਈ ਹੁਕਮ ਕਰ ਰਿਹਾ ਮੇਰੇ ਅੰਦਰ ਬੈਠਾ, ਮੈਂ ਬੋਲ ਰਿਹਾ। ਮਹਾਰਾਜ ਸੱਚੇ ਪਾਤਸ਼ਾਹ ਇਸੇ ਕਰਕੇ ਕਹਿੰਦੇ ਨੇ ਬੇਸ਼ੁਮਾਰ ਅਥਾ ਅਗੰਤ ਅਤੁੱਲ। ਜੋ ਬੁਲਾਵੋ, ਆਪ ਬੈਠਾ ਨਾ ਵਿੱਚ, ਜੋ ਬੁਲਾਵੋ ਤਿਉ ਨਾਨਕ ਦਾਸ ਬੋਲੇ। ਮਹਾਰਾਜ ਕਹਿੰਦੇ ਲੁਕੀ ਛਿਪੀ ਗੱਲ ਨੇ। ਇਹ ਡੰਕੇ ਦੀ ਚੋਟ ਤੇ ਕਹਿ ਦਿੱਤਾ, ਗੁਰੂ ਵਿੱਚ ਪਰਮਾਤਮਾ ਆ ਵਰਦਾ। ਹੁਣ ਅਗਲਾ ਸਵਾਲ ਉੱਠੇਗਾ ਵੀ ਤੁਸੀਂ ਗੁਰੂ ਨਾਨਕ ਸ਼ਬਦ ਤੇ ਜ਼ੋਰ ਦਿੱਤਾ, ਇਹ ਹਾਲ ਤੱਕ ਇਹ ਦਿੱਤਾ ਨਾ, ਉਹ ਤਾਂ 1708 ਤੱਕ ਖੇਡ ਵਰਤੀ। ਪਰ ਸਮਝੋ, ਗੁਰੂ ਸਰੀਰ ਵਿੱਚ ਗੁਰੂ ਪਰਮਾਤਮਾ ਦਾ ਆਪਾ ਗਿਆਨ ਬੋਲਦਾ, ਜੋਤ ਬੋਲਦੀ। ਹੁਣ ਉਹ ਜਿਹੜੀ ਜੋਤ 10 ਜਾਮਿਆਂ 'ਚ ਬੋਲਦੀ ਹੈ, ਉਹ ਪਰਮ ਜੋਤ ਨੂੰ ਗੁਰ ਪਰਮੇਸ਼ਰ ਉਹ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਟਿਕ ਗਿਆ। ਤਾਂ ਹੀ ਫਿਰ ਗੁਰੂ ਨੇ ਬਾਣੀ ਵਿੱਚ ਇਹ ਵੀ ਸ਼ਬਦ ਕਹਿ ਦਿੱਤਾ, ਜੇ ਪਰਮਾਤਮਾ ਲਈ ਇਹ ਸ਼ਬਦ ਵਰਤੇ ਕਿ ਨਿਰੰਕਾਰ ਨਾਨਕ ਦਿਓ ਹੈ ਨਿਰੰਕਾਰ ਆਕਾਰ ਬਣਾਇਆ। ਜਦੋਂ ਬਾਣੀ ਦੀ ਗੱਲ ਚੱਲੀ, ਕਹਿਣ ਲੱਗੇ ਵਾਹ ਵਾਹ ਬਾਣੀ ਨਿਰੰਕਾਰ ਹੈ। ਇਹ ਸਤਿਗੁਰੂ ਵਿੱਚ ਆਪ ਰੱਖਿਓ। ਮੈਨੂੰ ਬੜੀ ਚੰਗੀ ਗੱਲ ਇੱਕ ਪ੍ਰਿੰਸੀਪਲ ਸਤਬੀਰ ਸਿੰਘ ਉਹਨਾਂ ਨੇ ਇੱਕ ਵਾਰੀ ਲੈਕਚਰ ਦਿੰਦਿਆਂ ਕਿਹਾ ਸੀ, ਮੈਂ ਸੁਣਿਆ। ਉਹ ਕਹਿੰਦੇ ਮੈਂ ਤਾਂ ਉਹਨਾਂ ਦਾ ਜ਼ਿਕਰ ਕਰ ਦਿੱਤਾ ਕਿਉਂਕਿ ਖਿਆਲ ਉਹਨਾਂ ਦੇ ਸੂਝਵਾਨ ਜੋ ਬੋਲ ਜਾਣ, ਉਹਨਾਂ ਦੇ ਨਾਮ ਨੂੰ ਮਿਟਾਉਣਾ ਨਹੀਂ ਚਾਹੀਦਾ। ਉਹ ਕਹਿੰਦੇ ਸਨ, ਇੱਕ ਵਿਦਵਾਨ ਦਾ ਉਹਨਾਂ ਹਵਾਲਾ ਦਿੱਤਾ। ਉਹ ਕਹਿੰਦੇ ਦੁਨੀਆ ਦੇ ਧਰਮ ਗ੍ਰੰਥ ਪੜ੍ਹਨਾ ਸਾਰੇ ਪਰਮਾਤਮਾ ਦੀਆਂ, ਰੱਬ ਦੀਆਂ, ਗੌਡ ਦੀਆਂ, ਈਸ਼ਵਰ ਦੀਆਂ ਗੱਲਾਂ ਕਰਦੇ ਨੇ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ ਇਹ ਪਰਮਾਤਮਾ ਨਾਲ ਗੱਲਾਂ ਕਰਦੇ ਨੇ। ਫਿਰ ਸਮਝਿਓ, ਉਹ ਪਰਮਾਤਮਾ ਦੀਆਂ ਬਾਤਾਂ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਪਰਮਾਤਮਾ ਨਾਲ ਗੱਲਾਂ ਕਰਦੇ, ਨਾਲ ਗੱਲਾਂ ਨਹੀਂ ਹੁੰਦੀਆਂ। ਤੂੰ ਕੁਨ ਰੇ, ਮੈਂ ਜੀ ਨਾਮਾ, ਗੱਲਾਂ ਹੋ ਰਹੀਆਂ ਨੇ।
आप सवार है मैं मिला, मैं मिलिया सुख होए। फरीदा जे तू मेरा होए रहा, मेरा कौन कह रहा? पार ब्रह्म परमेश्वर, सब जग तेरा होए। वो जिहड़ी जोत है वो शब्द रूप भी साडे कोल विराजमान है। आ है गुर परमेश्वर साडी आस्था। इनू होली बुक ना कहो प्लीज। साडे लोग कहन लग पे ये जी पवित्र ग्रंथ है। ग्रंथ दुनिया च बहुत पवित्र ने, पर यह गुरु ग्रंथ साहिब है। असी अपना शब्दकोश प्रचार नहीं सके। मैं एक दिन कहा सी, मैनू दसो पूरे तवारीख च किते सुनहरी मंदिर आया हरमंदर साहिब लिए? कदी आया किते? असी बस जी सियाने हो गए ना। ये जी ये गोल्डन टैंपल है। गोल्डन टैंपल नहीं, किसी कोल भी गोल्ड होवे ते टैंपल बना लेगा, ये खरी मंदिर है। बाबा जी ने कहा हर जपे हर मंदिर साजिया, संत भगत गुण गावे राम। असी इनू पवित्र किताब ना कहिए, दावे नाल कहो ये मेरा मुर्शद है, ये मेरा गुरु है, ये मेरा साईं है, मेरा रब गुरु ग्रंथ साहिब का शब्द है। इस करके कवि निहाल सिंह ने एक कवित लिखिया सी। वो कहता काहू को भरोसो है जमीन को जमाने बीच, काहू को भरोसो जोर चाकरी जहाज पे। ये अर्थ सीधे ने। कोई कहता मेरे को जमीन बड़ी जे, मेरे बाग बड़े। कोई कहता मेरे जहाज बड़े। कोई कहता मेरे नौकर बड़े। कोई कहता मेरी सीधी मुख मंत्री नाल गल है। कोई कहता मेरी प्रेजिडेंट नाल गल है। कोई कहता मेरे को विद्वता बड़ी है। कोई कहता जिन्ने मेरे चेले ने इन्ने किसी दे चेले कोई नहीं। सच्ची गल है। हाँ, चेलियां विचारियां दा भी शोषण हुंदा है ना। राजनीति खेडदे लोग चेलियां दे नां ते चेले विचारे भोले ने। जे बाबे ने कह दिता तुसीं इस पासे जाना है, सारे उधर झुक जाणगे। मैं किसी ते तर्क नहीं कर रहा, ये सच्चाई जे। बाबे चेलियां दी वोटां दी राजनीति ते अपनी गद्दी चलाते पे। नहीं नहीं, जिहड़ा स्पिरिचुअलिटी भी जिंदा है उहनूं भीड़ दी लोड़ नहीं। मैं अगे उदाहरण दिती, सारी दिल्ली दी भीड़ इकट्ठी हुई, पर सच नूं कमाण वाला कला खलोता पिंजरे विच। उन्हें सिर तां दे दिता पर अंदर दा सिदक नहीं दिता। ये कादे गुरु ते कादे बाबे खिमा करियो, ये तुहाडे वोट बैल्ट उत्ते अपनी गद्दी कायम करी बैठे आ। ते राजनीतिक लोकां नूं वोट चाहिए ने। सतगुरु परमात्मा उहदे च वरतदा है, परमेश्वर उहदे च वरतदा है। फिर मैं शब्द कहन लगा कि ध्यान नाल सुनियो कि सतगुरु तो बिना उसकी प्राप्ति नहीं। सतगुरु विच आप रखे होन। कवि निहाल सिंह कहते हैं कोई कहता मेरी जमीन बड़ी, कोई कहता मेरे पुत्र बड़े, कोई कहता मेरा जवाई बड़ा ताकत वाला, कोई कहता मेरे चेले बड़े, मेरे तो वड्डा डेरा कोई नहीं। उन्होंने पूछा तेरा कौन? वो कहता मैनू तो एको भरोसा है, मेरे गुरु ग्रंथ साहिब वर्गा गुरु कोई नहीं। मैनू अपने गुरु परमेश्वर ते भरोसा है। काहू को भरोसो है जमीन को जमाने बीच, काहू को भरोसो जोर चाकरी जहाज पे, काहू को भरोसो भारी शाह पातशाह मीत, काहू को भरोसो है कुटुंबी करे काज पे, काहू को भरोसो देव बानी अर पारसी पे, काहू को भरोसो संत गिरी की मजाज पे, काहू को भरोसो चार चातरी चलाकी चोक, मोको तो भरोसो एक गुरु ग्रंथ साहिब महाराज पे। मेरी बेनती है गुरमुखो, गुर परमेश्वर के रूप च शब्द अज वरतदा पे। कदी पढ़ो गुरु ग्रंथ साहिब की बाणी। ये सतगुरु विच आप परमेश्वर है। इसे करके जुगो जोगा टल कहने, क्योंकि शब्द ने कदी मरना नहीं। शब्द कदी नहीं मरेगा। पहला भी शब्द सी, अज भी शब्द है, अगामी शब्द ने रहना। गुरु ने बड़ी वड्डी कृपा की। सतगुरु कहते ने बिन सतगुरु किन्ने ना पायो, बिन सतगुरु किन्ने ना पाया, सतगुरु विच आप रखियोन। फिर लोके ने क्या कर कर प्रगट आख सुनाया, डंके की चोट नाल क्या गुरु परमेश्वर है। उस तो बाद महाराज फिर कृपा की होगी। कहन लगे सतगुरु मिले हैं सदा मुक्त है। इस तुक नूं फिर ध्यान नाल सुनियो। सतगुरु मिले हैं, इत्थे पाठ मिलिया नहीं। लल्ले नूं सिहारी लगी, छोटी की मात्रा हिंदी च, पर असी बड़ी की बदली जाने। सतगुरु मिले हैं, सतगुरु गुर परमेश्वर नाल मुलाकात कर रहे हैं, गुर परमेश्वर नाल भेंट कीतियां, गुर परमेश्वर दे नाल संवाद रचाया, अपना आप दित्तियां। फिर की हुंदा है?
सतगुरु मिले हैं सदा मुक्त है। बंधन कट्टे जाते हैं, गुरु बंधन तोड़ते हैं। अगली गल, अगली अद्धी तुक महाराज कहते ने जिन विचों मोह चुकाया। ये अर्थ थोड़े तवज्जो दे आजे। जिन का अर्थ है जिस सतगुरु ने विचों मोह चुकाया। मोह दियां तंदां गुरु ने अपने अंदर भी नहीं रहन दित्तियां। गुरु कोल प्यार है, मोह नहीं। फिर गल ध्यान नाल सुनियो, प्यार विच ते मोह विच फर्क है ना जी। मोह विच बज्जा कहंदा मेरा पुत्तर, मेरी धी, मेरी कौम। ध्यान नाल सुनो, मेरे लोग। प्रेम विच बज्जा कहंदा नहीं, एक पिता एक के हम बारिक, तू मेरा गुरहाई। मोह विच बज्जा कहंदा मेरी बिरादरी दा भला होवे। ते प्रेम विच बज्जा कहंदा जगत जलंदा रख लै अपनी किरपा तार। जित द्वारा उबरै तितै लिओ उबार। गुरु विच मोह नां दी कोई चीज़ नहीं। जे मोह हुंदी बाबा श्री चंद ना गद्दी ते बह जांदे। मोह हुंदा बाबा दातू जी ना हुंदे। सच एवे उस गुरु नाल मिल पाओ। उस गुरु नूं मिलिया अंदरों मुक्त हो जाएगा। गुरु बंधन तोड़ देंदे ने, पर गुरु च अपने च कोई मोह नहीं। कमाल दी गल होए, सतपोह दी रात, चमकौर दी गड़ी। बस इदू वड्डी मिसाल दसो कि मिलेगी मोह दी, जिथे मोह है ही नहीं। प्यार है। ये नहीं कि गुरु नरमोई। नरमोई मतलब मैं प्यार वाल आंगा। प्यार नाल भिजे पे ने। दोनों पुत्र सुते ने, बाबा अजीत सिंह, बाबा जुझार सिंह। दोनों के सीस कोलों निकले रात नूं गुरदेव। निगाह भर के, नज़र भर के, प्यार दी, मोह दी नहीं। प्यार दी नज़र भर के, क्या बेटा थे चार हो अब दो ही। तुरिया सा चार पुत्र सन मेरे बिंदी। महाराज कहते हैं बेटा थे चार हो अब दो ही। साहिर, शायर आप पढ़ने उर्दू फारसी सुबह। थे चार हो अब दो ही। शायर ये भी ना होंगे, हम सब्र करेंगे अगर ये भी ना होंगे। असी रब दा शुक्र करांगे जो ये भी चले जाएंगे। कि इत्थे मोह कोई है नहीं। नहीं, प्यार नाल भिजा गुरु तुहाडे नेड़े वे मुकसा। प्यार की है। मैं फिर बेनती करांगा, गुरु गोबिंद सिंह वर्गा मुर्शद नहीं किते, गुरु गोबिंद सिंह वर्गा रहबर नहीं किते। ते सानू तरले करने पैंदे ने, सिखो दाढ़ी रख लो, अमृत छक लो। तरले मारन वाली गल ही है ना। तू दाढ़ी रख ले, तेनू कार लै देंगे। मैं इस गल के हक च नहीं भी मैं विरोध कर रहा कि इनाम नहीं देने चाहिए। मैं कहना खेड उल्ट गई है। उदों धियां दे डोले, घोड़े, हाथी ते जगीरां देंदे सन। कहते सन सिक्खी मैनू दे दे। वो कहते मैनू मौत दे दे, मैं सिक्खी नहीं हो देनी। मैनू चीर दे आरे नाल मैं सिख ही रहना। मेरी खोपड़ी ला दे, मैं केस नहीं देने। अज असी तरले मारने पे, चल तू अमृत छक लै, तेनू आ लै देंगा। नहीं नहीं, अमृत की खेड दुनिया के पदार्थों नाल नहीं। जेड़े पंजां दी ड्यूटी करते ना, पंजां प्यारों पुछ के देखो, वो अमृत संचार तो पहला कहते ने तू किसी दे डर करके तो नहीं अमृत छकन आया, किसी लालच करके तो नहीं आया, किसी दे प्रभाव नूं कबूल के तो नहीं आया। जे तेरा अंदर दा मन नहीं मनदा, दरवाजा खुला, तू बाहर जा सकना। क्योंकि अमृत प्रेमियां नूं दिता जांदा है, गुरु नूं मुहब्बत करन वालियां नूं। अमृत लालचियां ते मजबूरियां नूं नहीं दिता जांदा। क्योंकि जो तो प्रेम खेलन का चाहो, मोह नहीं। पुत्रां नूं क्या बस इत्थों तक कह देना कि बेटा मैं तां शब्द वरते जिन विचों मोह चुकाया। बेटा तेरे सीने च बरछी बजे, मुख मेरे वाल करी, मैं तेनू देखना चाहना। ख्वाहिश है कि तुम्हें तेग चलाते हुए देखें, हम आंख से तुम्हें बरछी खाते हुए देखें। मोह वाला बरछी खांदे पुत्र नूं देख सकूगा? वो तो कम उठेगा। मोह नहीं, पर इधर भाई मां सिंह अंतले सवासां ते ब्याह है। अंदरों प्रेम दा हड़ निकलिया, चश्मा फुटिया। गुरु ने अपनी गोद च लेके, क्या मां सिंह मोल जो कहेगा मैं तेनू दियांगा। कहन लगे दाता बस आई जे सतगुरु तो बिना बूहे नहीं खोलते। प्रिंसीपल गंगा सिंह ने बड़ा सोहना रस भरिया है। वो कहते ने महाराज कहते ने भाई मां सिंह कुछ मंग।
तेरे लिए तो सचखंड के बूहे बंद नहीं। कर्मखंड ते सचखंड इक्को पौड़ी जपजी साहिब च, तुहानूं पता है इक्को पौड़ी कर्मखंड ते सचखंड। सूरमियां दा वासा कर्मखंड विच हुंदा है। देख सचखंड दी पौड़ी तेरे लिए दरवाजे खुले ने, जा अगे कर्मखंड दा अगला स्टैप चुक, अगला कदम पट, सचखंड भी तेरा निवास। तेरे लिए बूहा बंद नहीं। सिसकियां भरदियां क्या बूहा तो बंद कोई नहीं, पर एक फट्टी लगी है जी वो बूहे ते, ਉਹਦੇ ਤੇ लिखिया है तू साडा गुरु नहीं, असी तेरे सिख नहीं। बूहे नहीं बंद, पर वो फट्टी नहीं अंदर जान देंदी। सतगुरु सीने ना ला लिया, कहने लगे मां सिंह तुसीं ये कह दिता तू साडा गुरु नहीं, असी तेरे सिख नहीं। कहने लगे महाराज जिहड़ी टुट गई सी। हस के कहने लगे कदों टुटी सी? नहीं टुटी। कहते महाराज दस्खत किते गए? सतगुरु कहते ने तुसां ही कीते, मैं तां नहीं ना कीते। टुटदी तां हुंदी है जे दो पासियों दस्खत होण। इस तरह हुंदा है ना जी। लिख दिता तुसी गुरु नहीं, मैं नहीं लिखिया तुसी मेरे सिख नहीं। मैनू पता है जिहड़ा मेरा बन जाओ कदी दूर नहीं जा सकता। उत्थे प्रेम दा उछाला आया, गुरु ने सीने ना ला लिया। मैं बेनती करांगा गुरु जोत वो मुक्त है बंधना तो। पुत्र शहीद हुंदे ने कोई बंधन नहीं, वो बंधन कटते हैं। तां ही गुरु अर्जुन साहब ने कहा कि सतगुरु सिख की करै प्रतिपाल, सेवक को गुरु सदा दयाल। सिख की गुर दुर्मत मल खिरै, गुर बचनी खर नाम उचरै। सतगुरु सिख के बंधन काटै, गुर का सिख बेकार ते हटै। फूटो आंडा भरम का, मनै भयो प्रगास। काटी बेरी पगै ते गुर कीनी बंद खलास। नारायण नरपत नमस्कार है, ऐसे गुर को बल बल जाइए आप मुकत मोह तारै। वो तो बंधन च कोई नहीं। सतगुरु मिले हैं सदा मुक्त है। बंधना तो टुट गया बंदा, सदीव काली मुक्त हो गया। महाराज कहते जिन विचों मोह चुकाया। गुरु अंदर मोह नहीं, प्यार ही प्यार भरिया पे। क्योंकि जेड़ा मोह च होवेगा ना वो सिर्फ अपने फिरके का भला मंगेगा। ये गल नूं सुनियो, है एनर्जी वही कन्वर्ट हो गई। जिहड़ा प्यार भी जाएगा वो पूरी मानवता का भला मंगेगा। गुरु च मोह नहीं, जिन विचों मोह चुकाया। अगे महाराज कहते ने उत्तम यह विचार है। विचार पाठ नहीं करना। बब्बे नूं बिहारी लगी, मैं वैसे उच्चारण जिन्नी को मैनूं समझ मैं दसी जाता रहा वां। सब तो उत्तम ये विचार है। केड़ा विचार? उत्तम यह विचार है जिन सच्चे स्यों चित लाया। जिन सच्चे स्यों, सच्चा वैगुरु जिन्हें अपने चित नूं सच्चे परमात्मा नाल जोड़ दिता। इदू उच्ची विचार ही कोई नहीं। विचार दा बड़ा अपनी थां है जी। हर बंदे दे विचार आपो अपने ने। कवि दे अपने विचार ने, फिलोसफर दे अपने विचार ने, साइंटिस्ट दे अपने विचार ने, पंडित दे अपने विचार ने, धनाढ़ बंदे दे बिजनेसमैन दे अपने विचार ने, वकारी बंदे दे अपने विचार ने। ते असीं कई बारी कह देना ये बंदे दे ख्याल बड़े उच्चे ने। गुरु कहंदा नहीं, कई बारी ख्याल उच्चे हुंदे ने, सुरत उच्ची हुंदी नहीं। जिहदा रब दे नाम च चित जड़ जाए, चेते रखियो इदू उत्तम विचार ही कोई नहीं। मैं फिर शब्द दोहरान लगा, समझ पै जाए। कई बारी ख्याल उच्चे हुंदे ने पर सुरत उच्ची नहीं। मान लो एक कवि ने लिख दी कविता, शराब उत्ते लिख दी, बड़ा भैड़ा जे घर रोड़ दिंदा, डोब दिंदा ते रात नूं आप पीन लग पिया। इहदा मतलब ख्याल उच्चे सन पर करदार उच्चा नहीं सी। थॉट उच्चियां दी गल कीती पर करैक्टर उच्चा नहीं। इल सब तो उच्ची उड़दी, बड़ा उच्ची उड़दी है ना, फिर तारियां लांदी गगन च। पर वो उच्ची उड़ के भी सच्ची गल जे मरे कोई पिंजर ही देखदी, क्योंकि उसकी सुरत उच्ची नहीं। फिरदी फिरदी दह दिशा, जल पर्वत बनराए, जिथे डिठा मृत को इल बेठी आए। एडी उच्ची उड़ के भी मरे पिंजर देख दिए। क्षमा करियो असी उच्चियां उच्चियां गल्लां करके भी सुरत अत दी गंदी लई बैठे। मैं अपनी गल कर रहा, तुहाडी नहीं। ख्याल उच्चे होने ते किरदार उच्चा होना। सब तो उत्तम विचार ये वे जिस दिन नाम विच चित जुड़ जाए। चोखियां कथा की लोड़ ही नहीं। फिर
चोखियां किताबां की लोड़ नहीं। उत्तम ये विचार है, सब तो उत्तम है। इसते ऊपर नहीं विचार, जाके मन बसिया निरंकार। हुण किहड़ी कथा सुनानी उन्होंने जिहदा चित्त जुड़ गया, पर उंज असीं विचारां च उलझे पे हैं। मेरियां सुनियां अंदर पालियां, दूजे दियां सुनियां नहीं। सब तो उत्तम विचार है जिन्हों सुन के गुरु नाल सांझ बन जाए। सब तो उत्तम विचार है परमात्मा नाल सांझ बन जाए। श्रीमान भाई वीर सिंह संत कवि भिजी हुई आत्मा, वो एक गल कहंदे ने, कहंदे जिथे स्वाद आउण लग पै सिमरन दा, इदों उत्ती विचार किहड़ी। उन्हां दे ख्याल ने जिन्हां उचाइयां उत्ते बुद्धि खंभ साड़ ढट्ठी, उत्तम ये विचार है। जिन्हां उचाइयां उत्ते बुद्धि खंभ साड़ ढट्ठी, मल्लो मल्ली दिल उथे मारदा उड़ारियां, प्याले अन डिठ नाल बुल लग जाण उथे, रस ते सरूर आवे झूमा आउण प्यारियां, ज्ञानी सानू होड़दा है ते वहमी ढोला आखदा है, मारे गए ने वो जिन्हां लाइयां बुद्धो पार तारियां। भाई साहब कहते बैठ वे ज्ञानी, बुद्धि मंडले की कैद विच वलवले दे देश मेरियां लग गईयां यारियां। इदों उत्ती विचार की है, जिहदे अंदर सिमरन चल पे, जिहदा चित्त प्रभु जुड़ जाए। इदों उच्ची कोई कथा नहीं, इदों उच्ची कोई विचार नहीं, इदों उच्चा कोई थॉट नहीं दुनिया च। उत्तम ये विचार है। गुरु नानक साहब कहते सब तो उच्चा श्रेष्ठ ये ख्याल है, जिन सच्चे स्यों चित लाया, जिन्हें अपने चित्त नूं सच्चे नाल जाल लिया। ये मैं ज़्यादा डिटेल च कथा नहीं करांगा, क्योंकि जदों चित्त लग जाए उदों बाहर दे कर्म कोई भी करी जो चित्त जुड़िया रहिंदा। कर्म मतलब पाप नहीं। बाहरों तुसी हल वाई जो चित्त लगा रहेगा, दुकान ते बैठे रहो चित्त लगा रहेगा। सच ये चित्त विच इन्नी ताकत है। आ गुरु साहब ने प्रमाण दिता ना, जिहदा सच्चे सो चित्त लग जाए वो हल वाहंदा भी जुड़िया रहिंदा, वो गड्डी चलांदा भी जुड़िया रहिंदा। सब तो उत्तम विचार। बच्चा पतंग उड़ांदा है, पतंग आसमान विच, डोरी हत्थ च, नाल साथी गल्लां करदे ने। जे पुछो तेरा चित्त कित्थे, वो कहंदा चित्त मेरा पतंग च ही, किते मेरी पतंग कोई कट ना जावे। गल्लां मैं बच्चियां नाल करना, उत्तम है ना विचार। सुनार सोना घटदा पिया, मैं शब्द इकट्ठा सुना देंगा, अर्थ पहला कर देना। उत्तम ये विचार है, जिन सच्चे स्यों चित्त लाया। चित्त लाए दे अर्थ ने, जिथे चित्त लग जाएगा उत्थे मौत मर जाती। एक चित्त जै एक छिन ध्यायो, काल फांस के बीच ना। उत्तम ये विचार है। एक बार जिन तुम्हें संभारा, काल फांस ते ताई उबारा। सुनार सोना घट रहा है, गाहक आ गए, गल्लां भी करी जांदा, इन्ना रेट जे, इन्ना तोले दा। उहनूं पुछो भी गल्लां करना, तेरा ध्यान कित्थे? वो कहंदा गल्लां इन्हां नाल करना, पर चित्त मेरा मुंदरी घड़न विच ही लगा होया। चित्त नहीं मेरा वाकिया। सिर ते पानी दे घड़े रखे बीबियां ने दो दो, एक लक ढाके घड़ा रखिया। खूह तो भर के पानी आईयां, आपस च हसदियां ने, गल्लां करदियां ने। जे पुछया भी सिर ते घड़े जे आपस च गल्लां करदियां जे, वो कहंदियां ने गल्लां आपस च करदियां ने, पर अंदर दी इकाग्रता चित्त साडा घड़े विच किते बैलेंस ना गवाच जाए। घड़ा नहीं टिकण देंदियां, चित्त उहदे च। एक गां हवेली चो छड्डो, 5 को दूर जाके चरदी होवे, जदों घाह खांदी उहदा चित्त अपने बच्चे च रहिंदा, शाम नूं जाके उहनूं दुੱਧ देना। मैं बेनती करां, बीबियां बैठियां ने, बच्चा भंगूड़े च पिया, आप काम कार करदी पई है, वो हर वक्त चित्त अपने बच्चे च ही रखदी है। किते थोड़ा जिहा खड़का होवे ते दौड़ के देखदी भंगूड़े च उठ ते नहीं पिया। महाराज कहंदे ने जिवें बच्चे दा गल्लां करदिआं चित्त पतंग च है, जिवें सुनार दा गल्लां करदिआं चित्त सोने च है, जिवें बीबियां दा हसदिआं खेडदिआं चित्त घड़े च है, जिवें गां दूर चरे ते चरदिआं भी चित्त वच्छे विच है, जिवें मां काम करे चित्त बच्चे विच। उत्तम ये विचार है, जिन सच्चे स्यों चित्त लाया। जिहदा चित्त लग जाए प्यारिओ, वो किते भी चला जाए, वो किते हर वक्त हजूरी विच ही रहिंदा है। इसे नूं महाराज ने कहा आनीले कागद, उत्तम ये विचार है। आनीले कागद काटीले गुडी, आकाश मध्य भरमी अले, पंच जना स्यों पात बतोवा, चीत सो डोरी राखी अले। मन राम नामा बेदी अले, उत्तम ये विचार है। बेदी अले मन राम नामा बेदी अले, जैसे कन कला चित मांडी अले।
आनी ले कुंभ पराई ले उदक राज कुवार पुरंदरिये हस्त विनोद विचार करती हैं चीत सो गागर राखी अली। मंदिर एक द्वार 10 जांकै गौ चरावन छाड़ी अले 5 कोस पर गौ चरावत चीत सो बछरा राखी अले। कहत नाम दियो सुनो तुरलोचन उत्तम ए विचार है। कहत नाम दियो सुनो तरलोचन बालक पालन पोड़ी अले अंतर बाहर काज विरोधी चीत सो बाहर राखी लिए। हाथ पाओ कर काम सब चीत निरंजन नाल उत्तम ए विचार है। हाथ कार वाल होवे ते चित करतार वाल होवे ए उत्तम विचार है। उत्तम ए विचार है जिन सच्चे स्यों चित लाया। पर ये सतगुरु तो बिना लगना नहीं, ये तो मारदा छाला चित। फिर सतगुरु गुरु नानक साहब किरपा करो 6वीं पौड़ी च तुसीं दस्सिया मुसलमाना सिवत सरैयत पर करें विचार असीं वाचिया। हिंदू अपनी गल करदा है, जोगी अपनी करदा, दानी अपना ढोल वजाई बैठा बोर्ड ला के, मुसलमान अपनिया कबरां दी जय जयकार करी जांदे। पौड़ी च तुसीं तत दस दिता सतगुरु तो बिना प्राप्ति नहीं, सतगुरु तो बिना नहीं मिलता, सतगुरु विच प्रभु है। ये प्रगट गल हो गई है। उत्तम ये विचार है जिन्हें सच्चे नाल अपने चित्त नूं ला लिया वो मुक्त हो गए। जिहड़े गुरु नाल जुड़ गए, गुरु आप मोह दे बंधन तो मुक्त है। ये सब कुछ करके फिर की मिलेगा? उत्तम ये विचार है जिन सच्चे स्यों चित लाया ते इहदा फल ये मिलेगा जग जीवन दाता पाया। जगत नूं जीवन देण वाला प्रभु, जगत दी जिंदगी परमात्मा, सब नूं दातां देण वाला वैगुरु पाया। कहंदे ने ओदी प्राप्ति हो गई जदों सतगुरु दा शब्द कमा के ओदे विच अपने चित्त नूं जोड़िया। आओ भाई आपां एड़ तेड़ छड्ड दईए, गुरु ग्रंथ साहिब दा पल्ला पकड़ीए, शब्द दी कमाई करिए। ते मैं कहांगा अमृत छकना वखवाद नहीं जे। अमृत छकना दूजे लोकां प्रति हेठ नफरत नहीं। जिहड़ा कर रहा उन्होंने समझ ही नहीं पैंदी अमृत की खेड़ की। अमृत तो सारी दुनिया नूं कलावे च लैंदा है। आओ सतगुरु वाले बणीए, शब्द नाल जुड़ीए, शब्द की कमाई करिए। इन्नियां को बेनतियां प्रवान करियो। 6वीं पौड़ी दे श्लोक और पौड़ी दी विचार इत्थे कीती गई। 4 दीवान आप संगत की हाज़री भरीए। मेरे तो बोलदिया लफज तलफज कोई शब्द किसी नूं ना चंगा लगा होवे मैनूं बख्श जरूर दिया जे।